ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਰ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟਾਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ परम सत्कारयोग चवर शतर तख्त के मालिक साहिबे कबाल साहिबे कमाल मुर्शदे कामल कामले रहबर पीरां दे पीर बाबियां दे बाबे जोगियां दे जोगी नाथां दे नाथ रहबरां दे रहबर समुच्ची मनुखता दा सांझा आत्मक भंडार शाहे शहनशाह ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ ਸਨਮਾਨਯੋਗ ਸਤ ਸੰਗਤ ਜੀਓ, ਗੁਰੂ ਕੀ ਬਖਸ਼ੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਸਰੀ ਰਾਗ ਅੰਦਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਗਿਆ ਅੱਜ ਦਾ ਇਹ ਪਾਵਨ ਮੁਖਵਾਕ, ਇਹ ਪਾਵਨ ਹੁਕਮ ਜੋ ਆਪ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਪਾਸੋਂ ਸਰਵਣ ਕੀਤਾ ਹੈ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਤਰਸ ਕਰਕੇ ਸਾਨੂੰ ਅੱਜ ਜੋ ਹੁਕਮ ਬਖਸ਼ਿਆ ਹੈ ਨਾ, ਬੜਾ ਕਮਾਲ ਦਾ ਹੈ। ਸਤਿਗੁਰੂ ਜੀ ਕਹਿੰਦੇ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ, ਕਹਿੰਦੇ ਉਸ ਪਰਮਾਤਮਾ ਵਾਹਿਗੁਰੂ ਦਾ ਕੀਰਤਨ, ਉਹਦਾ ਨਾਮ, ਉਹਦਾ ਜਸ ਗਾਇਨ ਕਰੋ। ਕਿਉਂਕਿ ਯਾਦ ਰੱਖਣਾ ਸਤ ਸੰਗਤ ਜੀ, ਇੱਕ ਤਨ ਦਾ ਭੋਜਨ ਹੁੰਦਾ ਤੇ ਇੱਕ ਮਨ ਦਾ ਭੋਜਨ ਹੁੰਦਾ ਹੈ। ਤਨ ਦਾ ਭੋਜਨ ਲੰਗਰ ਤਿਉਹਾਰ ਹੈ, ਲੰਗਰ ਹਾਲ ਦੇ ਵਿੱਚ ਤੁਸੀਂ ਲੰਗਰ ਛਕ ਸਕਦੇ ਹੋ, ਉਹ ਤਨ ਦਾ ਭੋਜਨ ਹੈ। ਪਰ ਇੱਕ ਮਨ ਦਾ ਭੋਜਨ ਕਿਹੜਾ ਹੈ? ਉਹ ਮਨ ਦਾ ਭੋਜਨ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਧਿਆਇਆ। ਉਹ ਭੋਜਨ ਜੋ ਮਨ ਦੇ ਲਈ ਹੈ, ਉਹ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਹੋ। ਉਸ ਕੀਰਤਨ ਨੂੰ, ਉਸ ਪ੍ਰਮਾਤਮਾ ਵਾਹਿਗੁਰੂ ਦੇ ਜਸ ਨੂੰ ਗਾਉਣਾ, ਉਹਦੀ ਬੰਦਗੀ ਦੇ ਨਾਲ ਜੁੜ ਜਾਣਾ, ਤਾਂ ਕਿ ਸਾਡੇ ਜੀਵਨ ਦਾ ਪਾਰ ਉਤਾਰਾ ਹੋ ਜਾਵੇ, ਸਾਡਾ ਜੀਵਨ ਸਫਲਾ ਹੋ ਜਾਵੇ। ਯਾਦ ਰੱਖਣਾ ਸਤ ਸੰਗਤ ਜੀ,
ਪ੍ਰਮਾਤਮਾ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਜੋ ਹੈ ਨਾ, ਉਹ ਪੈਂਦਾ ਇਸ ਭਾਂਡੇ ਦੇ ਵਿੱਚ ਹੀ ਹੈ। ਸੰਸਾਰ ਬਣਾਇਆ ਹੈ ਪ੍ਰਮਾਤਮਾ ਵਾਹਿਗੁਰੂ ਨੇ, ਪਰ ਤੁਸੀਂ ਵੇਖੋ ਜੇ ਪ੍ਰਮਾਤਮਾ ਵਾਹਿਗੁਰੂ ਨੇ ਸੰਸਾਰ ਬਣਾਇਆ ਤੇ ਕੁਝ ਐਸੀਆਂ ਵਸਤੂਆਂ ਬਣਾ ਦਿੱਤੀਆਂ ਜੋ ਸਾਨੂੰ ਨਜ਼ਰ ਆਉਂਦੀਆਂ ਨੇ, ਪਰ ਨਾਲ ਨਾਲ ਕੁਝ ਐਸੀਆਂ ਵੀ ਵਸਤੂਆਂ ਤਿਆਰ ਕੀਤੀਆਂ ਨੇ ਜੋ ਹਨ ਪਰ ਸਾਨੂੰ ਨਜ਼ਰ ਨਹੀਂ ਆਉਂਦੀਆਂ। ਕੁਝ ਬਾਹਰਲੀਆਂ ਵਸਤੂਆਂ ਨੇ ਸਾਨੂੰ ਨਜ਼ਰ ਆਉਂਦੀਆਂ ਨੇ, ਪਰ ਕੁਝ ਅੰਦਰਲੀਆਂ ਵਸਤੂਆਂ ਨੇ ਜੋ ਪ੍ਰਮਾਤਮਾ ਵਾਹਿਗੁਰੂ ਨੇ ਬਣਾਈਆਂ ਨੇ ਪਰ ਸਾਨੂੰ ਨਜ਼ਰ ਨਹੀਂ ਆਉਂਦੀਆਂ। ਤੇ ਬਾਹਰ ਦਾ ਐਗਜ਼ਾਮਪਲ, ਬਾਹਰ ਦਾ ਉਦਾਹਰਣ ਦੇ ਕੇ ਤੇ ਪ੍ਰਮਾਤਮਾ ਵਾਹਿਗੁਰੂ ਨੇ ਸਾਨੂੰ ਅੰਦਰ ਦੀ ਵਸਤੂਆਂ ਬਾਰੇ ਸਮਝਾਇਆ ਤਾਂ ਕਿ ਅਸੀਂ ਵੀ ਅੰਤਰਮੁਖੀ ਹੋ ਸਕੀਏ। ਸਤਿਗੁਰੂ ਜੀ ਨੇ ਨਾਮ ਨੂੰ ਵੀ ਇੱਕ ਵਸਤੂ ਕਿਹਾ ਹੈ, ਤੇ ਵਸਤੂ ਪੈਂਦੀ ਕਿਸੇ ਭਾਂਡੇ ਦੇ ਵਿੱਚ ਹੀ ਹੈ, ਵਸਤੂ ਪੈਂਦੀ ਕਿਸੇ ਬਰਤਨ ਦੇ ਵਿੱਚ ਹੀ ਹੈ। ਤੇ ਬਰਤਨ ਕੀ ਹੈ? ਬਰਤਨ ਹੈ ਇੱਥੇ ਸਾਡਾ ਹਿਰਦਾ। ਜਿਸ ਤਰ੍ਹਾਂ ਕਹਿ ਦਿੱਤਾ ਗਿਆ ਨਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਭਾਂਡਾ ਜੋ ਹੈ, ਬਰਤਨ ਜੋ ਹੈ, ਹੁਣ ਬਰਤਨ ਦਾ ਕੰਮ ਕੀ ਹੈ? ਜੇ ਉਹਦੇ ਤੋਂ ਕੰਮ ਲੈਣਾ ਹੈ ਤੇ 3 ਪ੍ਰਕਾਰ ਦੇ ਨਾਲ ਉਹਨੂੰ ਚੈੱਕ ਕੀਤਾ ਜਾਂਦਾ ਹੈ ਕਿ ਪਹਿਲਾਂ ਭਾਂਡਾ ਜੋ ਹੈ ਉਹ ਮੂੰਹਦਾ ਨਾ ਹੋਵੇ, ਉਲਟਾ ਨਾ ਹੋਵੇ, ਕਿਉਂਕਿ ਊਂਧਾ ਭਾਂਡਾ ਕੱਚ ਨਾ ਸਮਾਵੇ, ਸੀਧਾ ਅੰਮ੍ਰਿਤ ਪਰੈ ਨਿਹਾਲ। ਤੇ ਫਿਰ ਕਹਿ ਦਿੱਤਾ ਗਿਆ ਭਾਂਡਾ ਸਾਫ਼ ਹੋਵੇ। ਭਾਂਡਾ ਜੇ ਥੰਧਿਆਈ ਨਾਲ ਭਰਿਆ ਹੋਵੇਗਾ, ਕੋਈ ਵੀ ਵਸਤੂ ਉਹਦੇ ਵਿੱਚ ਪਾਈ ਜਾਵੇਗੀ, ਉਹਨੇ ਫਿਰ ਠੀਕ ਰਹਿਣਾ ਨਹੀਂ ਹੈ। ਭਾਵੇਂ ਦੁੱਧ ਪਾ ਦਿਓ, ਭਾਵੇਂ ਕੋਈ ਵਸਤੂ ਪਾ ਦਿਓ, ਉਹਨੇ ਫਟ ਜਾਣਾ, ਉਹਨੇ ਖਰਾਬ ਹੋ ਜਾਣਾ ਹੈ। ਤੇ ਤੀਜੀ ਗੱਲ, ਭਾਂਡੇ ਵਿੱਚ ਛੇਕ ਨਾ ਹੋਵੇ। ਭਾਂਡੇ ਦੇ ਵਿੱਚ ਛੇਕ ਹੋਇਆ, ਟੁੱਟਾ ਭੱਜਾ ਹੋਇਆ, ਤੇ ਕੋਈ ਵੀ ਵਸਤੂ ਉਹਦੇ ਵਿੱਚ ਟਿਕ ਨਹੀਂ ਸਕਦੀ ਹੈ। ਕਹਿੰਦੇ ਊਂਧਾ ਭਾਂਡਾ। ਹੁਣ ਊਂਧਾ ਭਾਂਡਾ ਕੀ ਹੈ? ਜਿਨ੍ਹਾਂ ਦਾ ਬਰਤਨ ਸਿੱਧਾ ਸੀ, ਉਹਦਾ ਭਾਂਡਾ ਭਾਵ ਪਰਮਾਤਮਾ ਵਾਹਿਗੁਰੂ ਦੇ ਪ੍ਰਤੀ ਕੋਈ ਸ਼ੱਕ, ਕੋਈ ਡਾਊਟ, ਪਰਮਾਤਮਾ ਵਾਹਿਗੁਰੂ ਦੇ ਪ੍ਰਤੀ ਇੱਕ ਵਿਸ਼ਵਾਸ ਹੋਵੇ, ਤੁਹਾਡਾ ਹਿਰਦਾ ਰੂਪੀ ਭਾਂਡਾ ਸਿੱਧਾ ਹੋਵੇ ਕਿ ਜੋ ਕਰਾਵੈ ਸੋ ਕਰਨਾ, ਨਾਨਕ ਦਾਸ ਤੇਰੀ ਸ਼ਰਣਾ। ਪਰਮਾਤਮਾ ਵਾਹਿਗੁਰੂ ਨੇ ਨਾਮ ਰੂਪੀ ਵਸਤੂ ਉਦੋਂ ਹੀ ਤੁਹਾਡੇ ਇਸ ਹਿਰਦੇ ਦੇ ਵਿੱਚ ਪਾ ਦੇਣੀ ਹੈ। ਬਸ਼ਰਤੇ ਆਓ ਤਾਂ ਸਹੀ, ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਉਸ ਪਾਵਨ ਬਾਣੀ ਦੇ ਨਾਲ ਜੁੜੋ ਤਾਂ ਸਹੀ। ਕਈਆਂ ਦਾ ਖਿਆਲ ਸੀ ਕਿ ਸਾਡੇ ਕੋਲੋਂ ਭਾਂਡਾ ਨਹੀਂ ਤੇ ਸਾਨੂੰ ਹੱਥਾਂ ਵਿੱਚ ਹੀ ਦੇ ਦਿਓ ਉਹ ਨਾਮ ਰੂਪੀ ਅੰਮ੍ਰਿਤ। ਤੇ ਗੁਰਬਾਣੀ ਨੇ ਕਹਿ ਦਿੱਤਾ, ਜਿਨ੍ਹਾਂ ਕੋਲ ਭਾਂਡਾ ਨਹੀਂ ਸੀ ਨਾ, ਉਹਨਾਂ ਨੇ ਹੱਥਾਂ ਵਿੱਚ ਸੰਭਾਲਣਾ ਚਾਹਿਆ। ਹੋਇਆ ਕੀ? ਕਹਿੰਦੇ ਕਰਮੈ ਅੰਮ੍ਰਿਤ ਆਨ ਨਿਸਾਰਿਓ, ਫਿਸਰ ਗਇਓ ਭੂਮ ਪਰ ਡਹਾਰਿਓ। ਕਹਿੰਦੇ ਵਹਿ ਤੁਰਿਆ। ਕਹਿੰਦੇ ਗੁਰੂ ਕੇ ਸਿੱਖਾ ਵੇਖ, ਜੇ ਤੂੰ ਚਾਹੁੰਦਾ ਹੈ ਨਾਮ ਰੂਪੀ ਬੰਦਗੀ ਦਾ ਖਜ਼ਾਨਾ ਇਕੱਤਰ ਕਰਨਾ ਹੈ, ਤੇ ਫਿਰ ਸਾਧ ਸੰਗਤ ਦੇ ਵਿੱਚ ਆ ਕੇ ਬੈਠਣਾ ਪਏਗਾ। ਕਿਉਂਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਬਿਨ ਸੰਗਤਿਓ ਮਾਨਈ ਹੋਏ ਗਈ ਪਟਸ਼ਾਰ। ਇਹ ਸ਼ਬਦ ਜੋ ਹੈ ਅੱਜ ਸਾਨੂੰ ਮਿਲਿਆ ਹੈ, ਜਿਸ ਦੀ ਵਿਚਾਰ ਅੱਜ ਆਪਾਂ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਸਤਿਗੁਰੂ ਜੀ ਨੇ ਜਿਸ ਤਰ੍ਹਾਂ ਕਹਿ ਦਿੱਤਾ ਨਾ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਰ। ਕਹਿੰਦੇ ਉਹ ਪਰਮਾਤਮਾ ਵਾਹਿਗੁਰੂ ਦਾ ਨਾਮ ਜੋ ਵੀ ਹੈ, ਉਹ ਵੀ ਨਿਰਮਲ ਹੋ ਕੇ ਸਾਨੂੰ, ਉਹ ਨਿਰਮਲ ਨਾਮ ਸਾਨੂੰ ਮਿਲ ਸਕਦਾ ਏ, ਉਹ ਰਹਿਮਤਾਂ ਹੋ ਸਕਦੀਆਂ ਨੇ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰੰ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਨ, ਓਟ ਨਾਨਕ ਪਰਮੇਸ਼ਰ ਹੈ। ਸਤਿਗੁਰੂ ਜੀ ਦਾ ਪਾਵਨ ਨਾਮ ਹੀ ਹੈ ਜੋ ਸਾਡੇ ਜੀਵਨ ਦਾ ਓਟ ਆਸਰਾ ਏ।
ਔਰ ਜਿਨ੍ਹਾਂ ਨੇ ਨਾਮ ਜਪਿਆ ਹੈ ਨਾ ਸਤ ਸੰਗਤ ਜੀ, ਉਹੀ ਪ੍ਰਮਾਤਮਾ ਵਾਹਿਗੁਰੂ ਦੇ ਨੇੜੇ ਹੋ ਸਕੇ ਨੇ। ਯਾਦ ਰੱਖਣਾ, ਜਿਨ੍ਹਾਂ ਨੇ ਬੰਦਗੀ ਕੀਤੀ, ਔਰ ਮਤਾ ਕਿਤੇ ਸਮਝ ਲੈਣਾ ਕਿ ਕੇਵਲ ਅਸੀਂ ਹੀ ਨਾਮ ਜਪ ਰਹੇ ਹਾਂ, ਕਿਤੇ ਅਸੀਂ ਬੰਦਗੀ ਕਰ ਰਹੇ ਹਾਂ, ਨਹੀਂ। ਕਹਿੰਦੇ ਇੱਥੇ ਸਾਰੀ ਕਾਇਨਾਤ ਹੀ ਉਹਦਾ ਨਾਮ ਜਪ ਰਹੀ ਹੈ। ਗੁਰੂ ਕੇ ਸਿੱਖਾ ਜੇ ਝਾਤ ਮਾਰੇ, ਤੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਸੀ ਨਾ, ਕਹਿੰਦੇ ਧਰਤ ਆਕਾਸ਼ ਪਾਤਾਲ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ, ਪਵਨ ਪਾਣੀ ਬੈਸੰਤਰੋ ਮੇਰੀ ਜਿੰਦੜੀਏ, ਸਭ ਹਰ 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 ਜਸ ਗਾਵੈ ਰਾਮ। ਕਹਿੰਦੇ ਮਤਾ ਕਿਤੇ ਸਮਝ ਲੈਣਾ ਕਿ ਅਸੀਂ ਹੀ ਕੀਰਤਨ ਕਰ ਰਹੇ ਹਾਂ, ਕਿਤੇ ਅਸੀਂ ਹੀ ਨਾਮ ਜਪ ਰਹੇ ਹਾਂ। ਕਹਿੰਦੇ ਸਾਰੀ ਕਾਇਨਾਤ ਹੀ ਉਹਦਾ ਕੀਰਤਨ ਕਰ ਰਹੀ ਹੈ, ਸਾਰੇ ਹੀ ਉਹਦਾ ਨਾਮ ਜਪ ਰਹੇ ਨੇ, ਉਹਦੀ ਬੰਦਗੀ ਕਰ ਰਹੇ ਨੇ। ਤੇ ਜਿਹੜਾ ਉਹਦਾ ਨਾਮ ਜਪਦਾ ਏ, ਉਹਦਾ ਜੀਵਨ ਇਉਂ ਨਿਰਮਲ ਹੋ ਜਾਂਦਾ ਏ, ਜਿਸ ਤਰੀਕੇ ਦੇ ਨਾਲ ਜੋ ਸਾਧ ਜਨਾਂ ਦੀ ਕਹਿੰਦੇ ਨਾਲ ਜੁੜਦਾ ਏ ਨਾ, ਸੰਗਤ ਦੇ ਵਿੱਚ ਆ ਕੇ ਬੈਠ ਜਾਂਦਾ ਹੈ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਬੂਮ ਬਿਕਾਰ, ਬਿਨ ਸੰਗਤ ਇਉਂ ਮਾਨਈ, ਹੋਏ ਗਈ ਪਟਸ਼ਾਰ। ਉਹਦੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਵਾਹਿਗੁਰੂ ਦੇ ਨਾਮ ਰੂਪੀ ਅੰਮ੍ਰਿਤ ਦੀ ਵਰਖਾ ਹੋ ਜਾਂਦੀ ਹੈ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਉਹਦਾ ਹਿਰਦਾ ਕਿਤੇ ਉਹਦੇ ਅੰਦਰ ਠੰਡਕ ਪਹੁੰਚ ਜਾਂਦੀ ਹੈ, ਨਿਰਮਲ ਹੋ ਜਾਂਦਾ ਹੈ, ਸ਼ੀਤਲਤਾ ਦੇ ਨਾਲ ਭਰਪੂਰ ਹੋ ਜਾਂਦਾ ਹੈ। ਹਾਂਜੀ। ਚੰਦਨ ਚੰਦ ਨ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਕਾਮ। ਕਹਿੰਦੇ ਦੁਨੀਆ ਤੇ ਪਦਾਰਥ ਕੀ ਨੇ? ਅਕਸਰ ਦਾਸ ਬੇਨਤੀ ਕਰਦਾ ਏ ਕਿ ਦੁਨੀਆ ਦੇ ਐਸ਼ੋ ਆਰਾਮ ਜੋ ਨੇ ਨਾ, ਉਹ ਤੁਸੀਂ ਕਿਤੋਂ ਵੀ ਪ੍ਰਾਪਤ ਕਰ ਸਕਦੇ ਹੋ। ਭਾਵੇਂ ਗੱਡੀ ਮੋਟਰ ਕਾਰ ਹੋਵੇ, ਕਿਸੇ ਸ਼ਾਪ ਤੋਂ ਕਿਸੇ ਦੁਕਾਨ ਤੋਂ ਖਰੀਦਣੀ ਹੋਵੇ, ਤੁਸੀਂ ਲੈ ਸਕਦੇ ਹੋ। ਫ੍ਰਿਜ ਹੋਵੇ, ਕੋਈ ਸੋਫਾ ਹੋਵੇ, ਕੋਈ ਫਰਨੀਚਰ ਹੋਵੇ, ਤੁਸੀਂ ਕਿਸੇ ਦੁਕਾਨ ਤੋਂ ਲੈ ਸਕਦੇ ਹੋ। ਪਰ ਜੋ ਅੰਦਰ ਤੱਕ ਠੰਡ ਪਹੁੰਚਾਵੇ, ਅੰਦਰ ਤੱਕ ਸ਼ੀਤਲਤਾ ਪਹੁੰਚਾਵੇ, ਉਹ ਨਾ ਕਿਸੇ ਦੁਕਾਨ ਤੋਂ ਮਿਲ ਸਕਦੀ ਹੈ, ਨਾ ਚੰਦਨ ਚੰਦ ਨਾ ਸਰਦ ਰੁੱਤ। ਕਹਿੰਦੇ ਨਾ ਕਿਸੇ ਚੰਦਨ ਤੋਂ ਇਹ ਸ਼ੀਤਲਤਾ ਮਿਲ ਸਕਦੀ ਹੈ, ਨਾ ਸਰਦ ਰੁੱਤ ਤੋਂ ਮੂਲ ਨਾ ਮਿਟਾਈ ਕਾਮ। ਕਹਿੰਦੇ ਇਹ ਜੋ ਸ਼ੀਤਲਤਾ ਹੈ ਬਾਹਰੋਂ ਕਿਤੋਂ ਤੁਹਾਨੂੰ ਪ੍ਰਾਪਤ ਨਹੀਂ ਹੋ ਸਕਦੀ ਹੈ, ਜਦ ਤੱਕ ਗੁਰੂ ਸਾਧੂ ਦੀ ਸ਼ਰਨ ਦੇ ਵਿੱਚ ਨਹੀਂ ਆ ਜਾਂਦੇ। ਅੱਜ ਕਿਉਂ ਇਹ ਝਗੜੇ ਹੋ ਰਹੇ ਨੇ? ਕਿਉਂ ਅੱਜ ਮਾਹੌਲ ਜੰਗ ਦਾ ਬਣਿਆ ਹੋਇਆ ਹੈ ਵਿਦੇਸ਼ ਦੇ ਵਿੱਚ? ਕਿਉਂਕਿ ਅੰਦਰ ਸ਼ੀਤਲਤਾ ਨਹੀਂ ਹੈ, ਅੰਦਰ ਇੱਕ ਤਪਤ ਹੈ, ਅੰਦਰ ਸਾੜਾ ਏ। ਪਰਮਾਤਮਾ ਵਾਹਿਗੁਰੂ ਤੋਂ ਬਗੈਰ ਮਨੁੱਖ ਇਉਂ ਹੀ ਤਪ ਰਿਹਾ ਏ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਸ਼ਬਦ ਦੀ ਵਿਚਾਰ ਆਪਾਂ ਕਰ ਰਹੇ ਹਾਂ ਸਾਧ ਸੰਗਤ ਜੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਸੀ, ਅੱਜ ਪਰਮਾਣੂ ਬੰਬ ਸਾਨੂੰ ਵੇਖਣ ਨੂੰ ਮਿਲ ਰਹੇ ਨੇ, ਅੱਜ ਗੱਲਾਂ ਹੋ ਰਹੀਆਂ ਨੇ, ਅੱਜ ਮਿਸਾਈਲ ਸਾਨੂੰ ਵੇਖਣ ਨੂੰ ਮਿਲ ਰਹੀਆਂ ਨੇ। ਪਰ ਜੇ ਪੜ੍ਹ ਕੇ ਵੇਖੀਏ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ, ਅੱਜ ਤੋਂ 450 ਸਾਲ ਪਹਿਲਾਂ ਕਹਿ ਦਿੱਤਾ ਸੀ, ਪਰਮਾਣੂ ਪਰਜੰਤ ਆਕਾਸ਼ਾ ਦੀਪ ਲੋ ਸਿਖੰਡਣਾ, ਗੱਛਣ ਨੈਣ ਭਾਰੇਣ ਬਿਨਾ ਸਾਧੂ ਨਾ ਸਿੱਧਿਅਤੇ। ਕਹਿੰਦੇ ਆਉਣ ਵਾਲੇ ਟਾਈਮ ਦੇ ਅੰਦਰ, ਅਜੋਕੇ ਸਮੇਂ ਦੇ ਵਿੱਚ ਬੰਦਾ ਇਤਨਾ ਇੱਕ ਚਲਾਕ ਤੇ ਸਿਆਣਾ ਹੋ ਜਾਵੇਗਾ, ਉਹ ਕੁਝ ਪਲਾਂ ਕੁਝ ਸਕਿੰਡਾਂ ਦੇ ਅੰਦਰ ਧਰਤੀ ਨੂੰ ਛੱਡ ਪਲਾੜ ਪਾਰ ਆਕਾਸ਼ ਦੇ ਵਿੱਚ ਉਡਾਰੀਆਂ ਮਾਰੇਗਾ ਤੇ ਫਿਰ ਧਰਤੀ ਤੇ ਆ ਕੇ ਖਲੋ ਜਾਵੇਗਾ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਯਾਦ ਰੱਖਣਾ, ਉਹਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲ ਸਕਦੀ। ਪਰਮਾਣੂ ਪਰਜੰਤ ਆਕਾਸ਼ਾ ਦੀਪ ਲੋ ਸਿਖੰਡਣਾ, ਗੱਛਣ ਨੈਣ ਭਾਰੇਣ ਬਿਨਾ ਸਾਧੂ ਨਾ ਸਿੱਧਿਅਤੇ। ਜਦ ਤੱਕ ਸਾਧ ਜਨਾਂ ਦੇ ਕੋਲ ਨਹੀਂ ਆ ਜਾਂਦਾ, ਜਦ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਨਾਮ ਆਪਣੇ ਹਿਰਦੇ 'ਚ ਨਹੀਂ ਵਸਾ ਲੈਂਦਾ ਨਾ, ਉਦੋਂ ਤੱਕ ਇਹਦੇ ਅੰਦਰ ਠੰਡ ਨਹੀਂ ਆ ਸਕਦੀ, ਸ਼ੀਤਲਤਾ ਨਹੀਂ ਆ ਸਕਦੀ ਹੈ। ਸਤ ਸੰਗਤ ਜੀ, ਕਈ ਵਾਰੀ
ਹੁੰਦਾ ਏ ਐਸਾ, ਕਈ ਲੋਕ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਪਰ ਕੇਵਲ ਬਾਹਰੋਂ ਬਾਹਰੋਂ। ਇੱਕ ਪਾਣੀ ਮਾਰਨਾ ਜਿਸ ਤਰ੍ਹਾਂ ਹੋਇਆ, ਦਾਸ ਨੇ ਪਹਿਲਾਂ ਬੇਨਤੀ ਕੀਤੀ ਹੈ ਨਾ, ਕਹਿੰਦੇ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਗੁਰਬਾਣੀ ਦੀ ਪੰਕਤੀ ਹੈ, ਦਾਸ ਨਹੀਂ ਕਹਿ ਰਿਹਾ, ਸਤਿਗੁਰੂ ਆਪ ਕਹਿ ਰਹੇ ਨੇ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਬਰਤਨ ਕਈ ਵਾਰੀ ਮਾਤਾਵਾਂ ਭੈਣਾਂ ਨੂੰ ਪਤਾ ਹੈ, ਕਿਚਨ ਦੇ ਵਿੱਚ, ਰਸੋਈ ਦੇ ਵਿੱਚ ਕੰਮ ਕਰ ਰਹੀਆਂ ਹੁੰਦੀਆਂ ਨੇ, ਤੇ ਨਿਰਾ ਪਾਣੀ ਮਾਰ ਦਿਓ, ਬਰਤਨ ਉਦੋਂ ਸਾਫ਼ ਤੇ ਸਾਨੂੰ ਨਜ਼ਰ ਆਉਂਦਾ ਹੈ, ਪਰ ਅੰਦਰ ਕਿਤੇ ਨਾ ਕਿਤੇ ਮੁਸ਼ਕ ਹੁੰਦੀ ਹੈ, ਥੰਦਿਆਈ ਹੁੰਦੀ ਹੈ। ਅਹਮ ਬੁੱਧ ਮਨਪੂਰ ਥੰਦਾਈ, ਕੀ ਕਰ ਸਾਧੂ ਧੂਰ ਕਰ ਸ਼ੁੱਧ ਮਜਾਈ। ਜਦ ਤੱਕ ਉਹਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਤਾ ਨਹੀਂ ਜਾਵੇਗਾ, ਮਾਂਜਿਆ ਨਹੀਂ ਜਾਵੇਗਾ, ਉਦੋਂ ਤੱਕ ਉਹ ਬਰਤਨ ਸਾਫ਼ ਨਹੀਂ ਹੋ ਸਕਦਾ। ਕੋਈ ਵੀ ਵਸਤੂ ਤੁਸੀਂ ਪਾਓਗੇ ਉਹ ਫਿੱਟ ਜਾਵੇਗੀ। ਬਿਲਕੁਲ ਇਸੇ ਤਰ੍ਹਾਂ ਜਿਹੜੇ ਬਾਹਰੋਂ ਨਾਮ ਜਪਣ ਵਾਲੇ ਨੇ ਨਾ, ਜੋ ਕੇਵਲ ਜਿਨ੍ਹਾਂ ਦਾ ਕੰਮ ਐਸਾ ਹੈ ਕਿ ਗੁਰਦੁਆਰੇ ਆਉਣਾ, ਕੇਵਲ ਮੱਥੇ ਟੇਕਣ ਤੱਕ ਸੀਮਿਤ ਰਹਿਣਾ। ਯਾਦ ਰੱਖਣਾ ਸਤ ਸੰਗਤ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਗੱਲ ਕਹਿ ਦਿੱਤੀ ਹੈ, ਕਹਿੰਦੇ ਜੇ ਗੁਰੂ ਕੇ ਸਿੱਖਾ ਤੂੰ ਮੱਥਾ ਟੇਕਣ ਤੱਕ ਸੀਮਿਤ ਹੈ ਨਾ, ਤੇ ਫਿਰ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ। ਕੱਲਾ ਤੂੰ ਨਹੀਂ, ਸਾਰਾ ਸੰਸਾਰ ਵੇਖ ਰਿਹਾ, ਇੱਥੇ ਤਾਂ ਸਾਰੇ ਹੀ ਮੱਥਾ ਟੇਕ ਰਹੇ ਨੇ। ਪਰ ਗੱਲ ਤਾਂ ਉਦੋਂ ਤੱਕ ਨਹੀਂ ਬਣੇਗੀ, ਡਿੱਠਾ ਮੁਕਤ ਨਾ ਹੋਵਈ ਜਚਰ ਸ਼ਬਦ ਨਾ ਕਰੈ ਵਿਚਾਰ। ਜਦ ਤੱਕ ਸ਼ਬਦ ਦੀ ਵਿਚਾਰ ਤੇਰੇ ਹਿਰਦੇ 'ਚ ਨਹੀਂ ਪੈਂਦੀ, ਜਦ ਤੱਕ ਇਹ ਸਮਝ ਨਹੀਂ ਪੈਂਦੀ ਕਿ ਗੁਰੂ ਕਹਿ ਕੀ ਰਹੇ ਨੇ, ਗੁਰਬਾਣੀ ਕੀ ਕਹਿ ਰਹੀ ਹੈ, ਉਦੋਂ ਤੱਕ ਤੇਰੇ ਜੀਵਨ ਦਾ ਪਾਰ ਉਤਾਰਾ ਨਹੀਂ ਹੋ ਸਕਦਾ। ਘਟਨਾ ਇੱਕ ਯਾਦ ਆਈ, ਇੱਕ ਬਜ਼ੁਰਗ ਮਾਤਾ, ਉਹਦਾ ਵੀ ਕੰਮ ਕੁਝ ਇਹੋ ਜਿਹਾ ਹੀ ਸੀ, ਬੰਦਗੀ ਉਹਨੇ ਵੀ ਕਰਨੀ, ਪਰ ਨਾਲ ਉਹੋ ਜਿਹੇ ਕੰਮ ਵੀ ਕਰਨੇ, ਕਰਮਕਾਂਡ ਕਰਨੇ, ਜਾਦੂ ਟੋਨਾ ਕਰਨਾ, ਆਪ ਬੁਰੀ ਮਤ ਲੈਣੀ, ਨਾਮ ਦੇ ਬਹਾਨੇ, ਸਿਮਰਨ ਦੇ ਬਹਾਨੇ ਆਪ ਬੁਰੀ ਮਤ ਲੈਣੀ ਤੇ ਬੁਰੀ ਮਤ ਦੇਣੀ ਲੋਕਾਂ ਨੂੰ। ਪੁਰਾਤਨ ਘਟਨਾ ਹੈ, ਤੇ ਲੋਕਾਂ ਦੀ ਵੀ ਸ਼ਰਧਾ ਉਸ ਬਜ਼ੁਰਗ ਮਾਤਾ ਉੱਤੇ ਹੋ ਗਈ ਕਿ ਇਹ ਵੀ ਬੰਦਗੀ ਕਰਨ ਵਾਲੀ ਹੈ ਜੀ। ਹੁਣ ਉਹਨੇ ਕਿਸੇ ਦਾ ਵੀ ਨਾਮ ਲੈ ਲੈਣਾ ਜਿਸ ਦੇ ਨਾਲ ਕਿਸੇ ਵੀ ਭੈਣ ਦੇ ਨਾਲ ਵੈਰ ਹੋਣਾ, ਕਿਸੇ ਵੀਰ ਦੇ ਨਾਲ ਵੈਰ ਹੋਣਾ। ਬੱਚਾ ਕੋਈ ਬਿਮਾਰ ਪਵੇਗਾ ਪਿੰਡ ਦੇ ਵਿੱਚ, ਤੇ ਉਹਨੇ ਉਹਦਾ ਨਾਮ ਲੈ ਲੈਣਾ ਕਿ ਫਲਾਣੀ ਜਗ੍ਹਾ ਤੇ ਇਹ ਇਸਤਰੀ ਜਦ ਤੱਕ ਇਸ ਪਿੰਡ ਦੇ ਵਿੱਚ ਮੌਜੂਦ ਹੈ, ਇਸ ਪਿੰਡ ਦਾ ਭਲਾ ਨਹੀਂ ਹੋ ਸਕਦਾ, ਜਾਂ ਇਹ ਵੀਰ ਜਿਸ ਜਦ ਤੱਕ ਇਸ ਪਿੰਡ ਦੇ ਵਿੱਚ ਮੌਜੂਦ ਹੈ, ਇਹਦਾ ਭਲਾ ਨਹੀਂ ਹੋ ਸਕਦਾ। ਹੁਣ ਉਹਦੀ ਗੱਲ ਸੁਣ ਕੇ, ਉਸ ਬਜ਼ੁਰਗ ਮਾਤਾ ਦੀ ਗੱਲ ਸੁਣ ਕੇ, ਫਲਾਣੇ ਭੈਣ ਦਾ ਜਾਂ ਵੀਰ ਦਾ ਲੋਕਾਂ ਨੇ ਵੈਰੀ ਹੋ ਜਾਣਾ, ਉਹਨਾਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ। ਪਰ ਇਹੋ ਜਿਹੀ ਵਰਤੀ ਵਾਲੇ ਵੀ ਜਿਹੜੇ ਨੇ ਨਾ ਸਤ ਸੰਗਤ ਜੀ, ਕਈ ਵਾਰੀ ਹੁੰਦਾ ਕੀ ਆ ਨਾ, ਬੜਾ ਕੁਝ ਕਰਦੇ ਨੇ, ਕਰਮਕਾਂਡ ਕਰਦੇ ਨੇ, ਜਾਦੂ ਟੋਨੇ ਕਰਦੇ ਨੇ, ਪਰ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਤਾਂਘ ਹੁੰਦੀ ਹੈ ਕਿ ਜੋ ਅਸਲ ਭਗਤੀ ਕਰਨ ਵਾਲੇ ਨੇ ਨਾ, ਅਸਲ ਬੰਦਗੀ ਕਰਨ ਵਾਲੇ ਨੇ, ਧਿਆਨ ਰੱਖਿਓ। ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਕਈ ਜਿਹੜੇ ਨੇ ਨਾਮ ਜਪਦੇ ਨੇ ਕੇਵਲ ਬਾਹਰੋਂ, ਤੇ ਇਹ ਵੀ ਕੁਝ ਐਸੇ ਹੀ ਸੀ, ਇਹ ਮਾਤਾ ਵੀ ਕੁਝ ਐਸੀ ਹੀ ਸੀ। ਪਰ ਇਹਨੂੰ ਤਾਂਘ ਸੀ ਕਿ ਜਿਹੜਾ ਅਸਲ ਬੰਦਗੀ ਕਰਨ ਵਾਲਾ ਹੈ ਨਾ, ਉਹਦੇ ਤੋਂ ਗਿਆਨ ਦੀ ਪ੍ਰਾਪਤੀ ਕਰੀਏ। ਨਾਮ ਰਸੀਆ ਸਾਧੂ ਹਮੇਸ਼ਾ ਇਹਦੇ ਘਰ ਦੇ ਬਾਹਰ ਤੋਂ ਲੰਘਦਾ ਹੁੰਦਾ ਸੀ, ਬੰਦਗੀ ਕਰਦਾ ਹੋਇਆ ਇਹ ਰਸਤਾ ਰੋਕ ਕੇ ਖਲੋ ਜਾਂਦੀ ਸੀ ਤੇ ਕਹਿ ਦਿੰਦੀ ਸੀ, ਸਾਧੂ ਜੀ ਨਾਮ ਦੀ ਗੱਲ ਸੁਣਾ ਕੇ ਜਾਓ, ਨਾਮ ਦੀ ਗੱਲ ਸੁਣਾ ਕੇ ਜਾਓ। ਹੁਣ ਉਸ ਸਾਧੂ ਨੂੰ ਵੀ ਪਤਾ ਸੀ ਇਹ ਕੀ ਹੈ, ਇਸ ਦਾ ਕੰਮ ਕੀ ਹੈ, ਇਸ ਦਾ ਜੀਵਨ। ਤੇ ਉਹਨੇ ਵੀ ਕਹਿ ਦਿੱਤਾ ਕਿ ਮਾਤਾ ਤੈਨੂੰ ਅੱਜ ਨਹੀਂ, ਕੱਲ ਮੈਂ ਜ਼ਰੂਰ ਆਵਾਂਗਾ ਤੇ ਨਾਮ ਦੀ ਗੱਲ ਜ਼ਰੂਰ ਸੁਣਾਵਾਂਗਾ। ਇਹ ਰਸਤਾ ਰੋਕ ਕੇ ਖਲੋ ਗਈ ਸੀ, ਜਾਣ ਨਹੀਂ ਸੀ ਦੇ ਰਹੀ, ਮਜਬੂਰ ਹੋ ਗਿਆ ਤੇ ਉਹਨੇ ਕਿਹਾ ਮੈਂ ਜ਼ਰੂਰ ਕੱਲ ਦੇ ਦਿਨ ਆਵਾਂਗਾ ਤੇ ਤੈਨੂੰ ਨਾਮ ਦੀ ਗੱਲ ਜ਼ਰੂਰ ਸੁਣਾਵਾਂਗਾ। ਹੁਣ ਅਗਲਾ ਦਿਨ ਹੋਇਆ ਏ ਤੇ ਬੜੇ ਚਾਵਾਂ ਦੇ ਨਾਲ, ਪਿਆਰ ਦੇ ਨਾਲ ਉਸ ਬਜ਼ੁਰਗ ਮਾਤਾ ਨੇ ਖੀਰ ਬਣਾਈ ਤੇ ਜਿੱਥੇ ਆਪਣੇ ਬੱਚਿਆਂ ਨੂੰ ਦਿੱਤੀ, ਸੋਚਿਆ ਸਾਧੂ ਆ ਰਿਹਾ, ਨਾਮ ਦੀ ਗੱਲ ਸੁਣਾਵੇਗਾ ਤੇ ਭੇਟਾ ਵਜੋਂ ਉਹ ਖੀਰ ਮੈਂ ਸਾਧੂ ਨੂੰ ਦੇ ਦਿਆਂਗੀ। ਪਰ ਜਿਸ ਵੇਲੇ ਸਾਧੂ ਆਇਆ, ਹੁਣ ਸਾਧੂ ਬੰਦਗੀ ਵਾਲਾ ਸੀ। ਜਿਹੜੇ ਬੰਦਗੀ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਦੇ ਸਮਝਾਉਣ ਦਾ ਤਰੀਕਾ ਵੀ ਵੱਖਰਾ ਹੀ ਹੁੰਦਾ ਸਤ ਸੰਗਤ ਜੀ, ਉਹ ਸਿੱਧੀ ਚੋਟ ਮਾਰਦੇ ਨੇ। ਤੇ ਉਦੋਂ ਹੋਇਆ ਕਿ ਕਹਿੰਦੇ ਭੇਟਾ ਦੇਣ ਲੱਗੀ ਆ, ਉਹ ਖੀਰ ਪਾਉਣ ਲੱਗੀ ਆ, ਸਾਧੂ ਨੇ ਕਾਸਾ ਅੱਗੇ ਕੀਤਾ, ਬਰਤਨ ਅੱਗੇ ਕੀਤਾ,
ਤੇ ਜੋ ਖੀਰ ਲੱਗੀ ਸੀ ਨਾ ਇਹ ਬਜ਼ੁਰਗ ਮਾਤਾ ਪਾਉਣ ਉਸ ਕਾਸੇ ਦੇ ਵਿੱਚ, ਇੱਕੋ ਦਮ ਪਿੱਛੇ ਕਰ ਲਈ ਤੇ ਇੱਕ ਗੱਲ ਕਹੀ, ਸਾਧੂ ਤੂੰ ਤਾਂ ਦੁਸ਼ਟ ਹੈ, ਤੈਨੂੰ ਪਤਾ ਨਹੀਂ ਮੈਂ ਇੰਨੇ ਪਿਆਰ ਦੇ ਨਾਲ ਚਾਹਾਂ ਦੇ ਨਾਲ ਇਹ ਖੀਰ ਬਣਾਈ ਹੈ ਤੇ ਤੈਨੂੰ ਭੇਟਾ ਦੇਣ ਲਈ ਮੈਂ ਖੀਰ ਅੱਗੇ ਕੀਤੀ, ਤੇ ਤੇਰਾ ਇਹ ਗੰਦਾ ਲੋਟਾ, ਇਹਦੇ ਵਿੱਚ ਤੂੰ ਵਿਸ਼ਟਾ ਪਾਈ ਹੋਈ ਹੈ। ਤੇ ਉਸ ਸਾਧੂ ਨੇ ਸਵਾਲ ਕੀਤਾ, ਮਾਤਾ ਕੀ ਗੱਲ ਹੈ, ਗੰਦੇ ਬਰਤਨਾਂ ਦੇ ਵਿੱਚ ਖੀਰ ਨਹੀਂ ਪੈਂਦੀ? ਕਹਿੰਦੇ ਨਹੀਂ, ਬਿਲਕੁਲ ਨਹੀਂ, ਖੀਰ ਕੀ ਕੋਈ ਵਸਤੂ ਨਹੀਂ ਪੈਂਦੀ ਹੈ। ਤੇ ਉਦੋਂ ਫਿਰ ਉਸ ਸਾਧੂ ਨੇ ਜਵਾਬ ਦਿੱਤਾ, ਕਹਿੰਦੇ ਮਾਤਾ ਜੇ ਗੰਦੇ ਬਰਤਨਾਂ ਦੇ ਵਿੱਚ ਖੀਰ ਨਹੀਂ ਨਾ ਪੈਂਦੀ ਤੇ ਤੂੰ ਨਾਮ ਦੀ ਗੱਲ ਪੁੱਛੀ ਹੈ, ਗੰਦੇ ਹਿਰਦਿਆਂ ਦੇ ਵਿੱਚ ਨਾਮ ਵੀ ਨਹੀਂ ਪੈਂਦਾ ਹੁੰਦਾ, ਗੰਦੇ ਹਿਰਦਿਆਂ ਦੇ ਵਿੱਚ ਨਾਮ ਵੀ ਨਹੀਂ ਪੈਂਦਾ। ਇਸ ਕਰਕੇ ਮੈਂ ਤਾਂ ਇਹ ਲੋਟਾ ਧੋ ਲਿਆਂਗਾ, ਮੈਂ ਇਹ ਬਰਤਨ ਸਾਫ਼ ਕਰ ਲਿਆਂਗਾ, ਪਰ ਤੂੰ ਆਪਣੇ ਮਨ ਦਾ ਕੀ ਕਰੇਂਗੀ? ਯਾਦ ਰੱਖਣਾ ਸਤ ਸੰਗਤ ਜੀ, ਬਾਹਰ ਦਾ ਬਰਤਨ, ਬਾਹਰ ਦੀਆਂ ਵਸਤੂਆਂ ਪਾਣੀ ਨਾਲ ਧੋਤੀਆਂ ਜਾ ਸਕਦੀਆਂ ਨੇ, ਪਰ ਜੇ ਅੰਦਰ ਦਾ ਹਿਰਦਾ ਇੱਕ ਵਾਰੀ ਮੈਲਾ ਹੋ ਜਾਵੇ ਨਾ, ਕਈ ਵਾਰੀ ਜ਼ਿੰਦਗੀ ਬਤੀਤ ਹੋ ਜਾਂਦੀ ਹੈ, ਕਈ ਵਾਰੀ ਜੀਵਨ ਲੰਘ ਜਾਂਦਾ ਏ। ਪਰ ਯਤਨ ਕਰਦਿਆਂ ਹੋਇਆਂ ਗੁਰੂ ਦੇ ਨੇੜੇ ਨਹੀਂ ਹੋ ਪਾਉਂਦੇ ਆ, ਯਤਨ ਕਰੀਏ ਗੁਰੂ ਦੇ ਨੇੜੇ ਹੋ ਜਾਈਏ। ਅਕਸਰ ਬੇਨਤੀ ਕਰਦਾ ਹਾਂ, ਜ਼ਰੂਰੀ ਨਹੀਂ ਕਿ ਇੱਕ ਜ਼ਿੰਦਗੀ ਦੇ ਵਿੱਚ ਕਿਤਨੇ ਪਲ ਨੇ, ਜ਼ਰੂਰੀ ਇਹ ਹੈ ਕਿ ਇੱਕ ਪਲ ਦੇ ਵਿੱਚ ਕਿਤਨੀ ਜ਼ਿੰਦਗੀ ਹੈ। ਪਤਾ ਨਹੀਂ ਕਿਤਨੇ ਇੱਕ ਸਮਾਸ, ਪਤਾ ਨਹੀਂ ਕਿਤਨਾ ਸਮਾਂ ਅਸੀਂ ਵਿਅਰਥੀ ਗਵਾ ਬੈਠੇ ਹਾਂ। ਪਰ ਜੇ ਇੱਕ ਛਿਨ ਲਈ ਵੀ, ਇੱਕ ਪਲ ਲਈ ਵੀ ਪਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਵਿੱਚ ਸੱਚੀ ਭਾਵਨਾ ਦੇ ਨਾਲ ਜੁੜ ਜਾਈਏ ਨਾ, ਉਹ ਇੱਕ ਪਲ ਵੀ ਬਹੁਤ ਹੈ। ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ बीच ना आयो, उदों ही परमात्मा वाहिगुरु दी रहमत, परमात्मा वाहिगुरु दी कृपा साडे उत्ते हो सकती है जी। शीतल थीवै नानका जपंदड़ो हर नाम। परमात्मा वाहिगुरु दा नाम ही है जो सानू शीतलता दिंदा है। परमात्मा वाहिगुरु दा नाम ही है जो साडी जिंदगी दा असल आधार है। कह दिता गया ना, कहंदे ए बंदे तैनू जन्म दिता है, अखी वेखे जेबा बोले कन्नी सरत समाए, पैरी चले हथी करना दिता पैने खाए। इन्ना सब कुछ तैनू उस परमात्मा वाहिगुरु ने दिता, ते शीतलता भी उन्हें ही देनी है, उन्हें ही रहमतां करनियां ने। जिथों शीतलता मिलनी है उस परमात्मा वाहिगुरु के नाम तो, जिस परमात्मा वाहिगुरु ने तैनू जीवन दिता है। तू होर दुनियावी पदार्थां वल भजदा पिया है, दुनियावी चीज़ां वल भजदा पिया है, ते दुनियावी चीज़ां दुनियावी पदार्थां दे पिछे भज के तेरे अंदर एक साड़ा आ गया है। ते जो नाम असल सी, जो अंदर तक तेरे तृप्त करदा, तैनू शीतलता दिंदा, ठंडक दिंदा, उस नाम नू जपण दा कदे तू हीला कीता ही नहीं, कदी उस परमात्मा वाहिगुरू नू नहीं जपिया। कहंदा ते बड़ी वारी आ, ए शरीरा मेरे हर तुम मैं जोत रखी, तां तू जग मैं आया। इस जग दे विच आया परमात्मा वाहिगुरू दी किरपा दे नाल। पर जिस परमात्मा वाहिगुरू ने जीवन दिता, उन्हें आधार भी दिता सी, उन्हें कम दस्सिया सी, भजो गोबिंद भूल मत जाओ, मानस जन्म का ए लाओ। ए लाभ है जिंदगी दा, जीवन दा। पर तू नाम नहीं जपिया ते शीतलता किस तरह प्राप्त हो जाएगी? दुनियावी ऐशो आराम कट्ठियां करके अंदर तक ठंड नहीं पहुंचाई जा सकती है। जे अंदर तक ठंड पहुंचानी है तो परमात्मा वाहिगुरू दे नाम नाल जुड़ना पवेगा। क्योंकि जे बाहर बाहर भटकते रहे तो एक गल कह दी गई है, जहाने गमो देश में सुकूने दिल ढूंढने वाले, यहां हर चीज मिलती है सुकूने दिल नहीं मिलता, यहां हर चीज मिलती है सुकूने दिल नहीं मिलता। बाहर तुहानू सब कुछ मिल जाएगा, बहुत कुछ मिल जाएगा,
ਬਹੁਤ ਸਾਰੀਆਂ ਚੀਜ਼ਾਂ ਤੁਸੀਂ ਪ੍ਰਾਪਤ ਕਰ ਸਕਦੇ ਹੋ, ਪਰ ਯਾਦ ਰੱਖਣਾ ਬਹੁਤ ਕੁਝ ਤੇ ਸਭ ਕੁਝ ਦੇ ਵਿੱਚ ਫਰਕ ਹੈ। ਬਹੁਤ ਕੁਝ ਤੁਸੀਂ ਦੁਕਾਨਾਂ ਤੋਂ ਹਾਸਲ ਕਰ ਸਕਦੇ ਹੋ, ਪਰ ਜੇ ਸਭ ਕੁਝ ਹਾਸਲ ਕਰਨਾ ਹੈ ਨਾ ਤੇ ਉਸ ਪੂਰੇ ਗੁਰੂ ਕੋਲ ਆਉਣਾ ਪਏਗਾ। ਉਸ ਪ੍ਰਮਾਤਮਾ ਵਾਹਿਗੁਰੂ ਦੀ ਬੰਦਗੀ ਦੇ ਨਾਲ, ਸ਼ਬਦ ਦੀ ਵਿਚਾਰ ਦੇ ਨਾਲ ਜੁੜਨਾ ਪਏਗਾ, ਤਾਂ ਹੀ ਤੁਹਾਡੇ ਜੀਵਨ ਦਾ ਕੋਈ ਪਾਰ ਉਤਾਰਾ ਹੋ ਸਕਦਾ ਹੈ ਜੀ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਾਨਾ। ਚਰਨ ਕਮਲ ਕੀ ਓਟ, ਪਰਮਾਤਮਾ ਵਾਹਿਗੁਰੂ ਤੇ ਚਰਨਾ ਕਮਲਾ ਦਾ ਓਟ ਆਸਰਾ ਜੋ ਤੱਕਦਾ ਏ, ਉਹੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋ ਜਾਂਦਾ ਏ। ਗੁਰੂ ਦੀ ਕਿਰਪਾ ਦੇ ਨਾਲ ਹੀ ਸਾਨੂੰ ਇਹ ਸੋਝੀ ਪੈ ਸਕਦੀ ਹੈ, ਕਿਉਂਕਿ ਯਾਦ ਰੱਖਣਾ, ਜਿਹਨੇ ਗੁਰੂ ਦਾ ਓਟ ਆਸਰਾ ਤੱਕਿਆ ਹੈ ਨਾ, ਅਸਲ ਜ਼ਿੰਦਗੀ ਦੇ ਵਿੱਚ ਕਾਮਯਾਬ ਉਹੀ ਹੋਇਆ। ਭਾਈ ਨੰਦ ਲਾਲ ਜੀ ਦੇ ਕੋਲ ਕਿਸੇ ਗੱਲ ਦਾ ਘਾਟਾ ਸੀ। ਔਰੰਗਜ਼ੇਬ ਨੇ ਕਹਿ ਦਿੱਤਾ ਸੀ ਕਿ ਜ਼ਿਆਦਾ ਤੋਂ ਜ਼ਿਆਦਾ ਤਨਖਾਹ ਇਹਨਾਂ ਨੂੰ ਦਿੱਤੀ ਜਾਵੇ। ਭਾਈ ਨੰਦ ਲਾਲ ਜੀ ਨੂੰ ਔਰੰਗਜ਼ੇਬ ਨੇ ਕਹਿ ਦਿੱਤਾ ਸੀ ਕਿ ਮੇਰੇ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਇਹਨਾਂ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇ, ਪਰ ਮਨ ਨਹੀਂ ਸੀ ਜੁੜਦਾ। ਇਹੋ ਜਿਹਾ ਜ਼ਾਲਮ ਬਾਦਸ਼ਾਹ ਜਿਸਨੇ ਆਪਣੇ ਮਾਂ-ਬਾਪ ਤੱਕ ਦਾ ਕਤਲ ਕਰਵਾ ਦਿੱਤਾ, ਜਿਸਨੇ ਆਪਣੇ ਭੈਣ ਭਰਾਵਾਂ ਤੱਕ ਦਾ ਕਤਲ ਕਰਵਾ ਦਿੱਤਾ, ਮਾਂ-ਬਾਪ ਨੂੰ ਭੁੱਖਿਆਂ ਪਿਆਸਿਆਂ ਮਰਵਾ ਦਿੱਤਾ, ਇਹੋ ਜਿਹੇ ਬਾਦਸ਼ਾਹ ਕੋਲ ਕੋਈ ਕਿਸ ਤਰ੍ਹਾਂ ਰਹਿ ਸਕਦਾ ਹੈ? ਤੇ ਆ ਗਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲ, ਜੋ ਅਸਲ ਸ਼ੀਤਲਤਾ ਦਾ ਖਜ਼ਾਨਾ ਨੇ, ਨਾਮ ਦਾ ਖਜ਼ਾਨਾ ਨੇ, ਬਾਣੀ ਦੇ ਨਾਲ ਭਰਪੂਰ ਬਾਣੀ ਦਾ ਸੋਮਾ ਨੇ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਆ ਗਏ ਨੇ ਭਾਈ ਨੰਦ ਲਾਲ ਜੀ, ਤੇ ਗੁਰੂ ਵਾਰੀ ਕੇਸੀ ਇਸ਼ਨਾਨ ਕਰਕੇ ਬੈਠੇ ਨੇ, ਹਾਲੇ ਥੋੜਾ ਹੀ ਸਮਾਂ ਬੀਤਿਆ ਤੇ ਭਾਈ ਨੰਦ ਲਾਲ ਜੀ ਆ ਗਏ। ਤੇ ਉਹ ਨੂਰਾਨੀ ਚਿਹਰਾ ਵੇਖ ਕੇ, ਇਹੋ ਜਿਹਾ ਰੂਪ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਤੇ ਭਾਈ ਨੰਦ ਲਾਲ ਜੀ ਤੋਂ ਰਿਹਾ ਨਹੀਂ ਗਿਆ ਤੇ ਕਹਿ ਦਿੱਤਾ, ਪਾਤਸ਼ਾਹ ਜੀ, ਐ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡੇ ਇਸ ਨੂਰਾਨੀ ਚਿਹਰੇ ਨੂੰ ਵੇਖ ਕੇ ਇਉਂ ਮਹਿਸੂਸ ਹੁੰਦਾ ਏ ਕਿ ਇਸ ਨੂਰਾਨੀ ਚਿਹਰੇ ਤੋਂ ਸਾਰਾ ਬ੍ਰਹਮੰਡ ਹੀ ਕੁਰਬਾਨ ਕੀਤਾ ਜਾਵੇ। ਦੀਨ ਦੁਨੀਆ ਦਰਕਮੰਦ ਆਪਰੀ ਰਖਸਾਰੇ ਮਾ, ਹਰ ਦੋ ਆਲਮ ਕੀਮਤੇ ਯਕਤਾਰ ਮੋਏ ਯਾਰੇ ਮਾ। ਕਹਿੰਦੇ ਤੇ ਤੁਹਾਡੇ ਕੇਸਾਂ ਦੀ ਇੱਕ ਇੱਕ ਤਾਰ ਜੋ ਹੈ ਨਾ, ਇਹਦੇ ਤੋਂ ਖੰਡਾ ਬ੍ਰਹਮੰਡਾਂ ਨੂੰ ਵੀ, ਕਹਿੰਦੇ ਲੋਕ ਤੇ ਪਰਲੋਕ ਨੂੰ ਵੀ ਕੁਰਬਾਨ ਕੀਤਾ ਜਾ ਸਕਦਾ। ਦੀਨ ਦੁਨੀਆ ਦਰਕਮੰਦੇ ਆਪਰੀ ਰਖਸਾਰੇ ਮਾ, ਹਰ ਦੋ ਆਲਮ ਕੀਮਤੇ ਯਕਤਾਰ ਮੋਏ। ਇੱਕ ਤਾਰ ਦੇ ਪਿੱਛੇ, ਤੇਰੇ ਕੇਸਾਂ ਦੀ ਇੱਕ ਤਾਰ ਦੇ ਉੱਤੇ ਲੋਕ ਤੇ ਪਰਲੋਕ ਕੁਰਬਾਨ ਕੀਤੇ ਜਾ ਸਕਦੇ ਨੇ। ਉਦੋਂ ਹੀ ਕਹਿੰਦੇ ਘੁੱਟ ਗਲਵਖੜੀ ਚ ਲਾਇਆ ਭਾਈ ਨੰਦ ਲਾਲ ਨੂੰ, ਤੇ ਇੱਕ ਗੱਲ ਕਹੀ, ਭਾਈ ਨੰਦ ਲਾਲ ਜੀ, ਇਹ ਅਵਸਥਾ ਕਿਵੇਂ ਬਣੀ? ਕਹਿੰਦੇ ਸਤਿਗੁਰੂ ਜੀ, ਜਦ ਤੱਕ ਮੈਂ ਦੁਨੀਆ ਦੇ ਵਿੱਚ ਵਿਚਰਦਾ ਸੀ ਬਹੁਤਾ ਫਰਕ ਨਹੀਂ ਸੀ ਪੈਂਦਾ, ਪਰ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ ਹਾਂ, ਤੇ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਮੈਨੂੰ ਉਹ ਸੋਝੀ ਮਿਲੀ ਹੈ। ਉਸ ਸੋਝੀ ਦੇ ਨਾਲ ਵੈਰਾਗ ਬਣਿਆ, ਤੇ ਉਸ ਵੈਰਾਗ ਦੇ ਨਾਲ ਮੈਂ ਕਹਿ ਸਕਦਾ ਹਾਂ, ਦਿਲ ਅਗਰ ਦਾਨਾ ਬਵਦ ਅੰਦਰ ਕਿਨਾਰਸ਼ ਯਾਰ ਹਸਤ, ਚਸ਼ਮ ਅਗਰ ਬੀਨਾ ਬਵਦ ਹਰ ਤਰਫ ਦੀਦਾਰ ਅਸ। ਕਹਿੰਦੇ ਹੁਣ ਤਾਂ ਸਤਿਗੁਰੂ ਜੀ, ਐ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੇਰੀ ਤਾਂ ਹਾਲਤ ਇਹ ਬਣ ਗਈ ਹੈ ਕਿ ਮੈਂ ਜਿੱਥੇ ਨਜ਼ਰ ਮਾਰਦਾ ਹਾਂ, ਜਿੱਥੇ ਜਿੱਥੇ ਵੇਖਦਾ ਹਾਂ, ਮੈਨੂੰ ਕੇਵਲ ਤਾਂ ਕੇਵਲ ਤੂੰ ਹੀ ਤੂੰ ਨਜ਼ਰ ਆਉਂਦਾ ਏ। ਜਹ ਜਹ ਪੇਖੋ ਤੈਂ ਹਜ਼ੂਰ, ਦੂਰ ਕਤ ਹੋਣਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਕਹਿੰਦੇ ਕੇਵਲ ਉਸ ਪਰਮਾਤਮਾ ਵਾਹਿਗੁਰੂ ਦਾ ਓਟ ਆਸਰਾ ਲੈਣਾ, ਜਿਨ੍ਹਾਂ ਨੇ ਓਟ ਆਸਰਾ ਲਿਆ, ਚਰਨ ਕਮਲ ਕੀ ਓਟ ਉਧਰ ਸਗਲ ਜਨ, ਕਹਿੰਦੇ ਉਹ ਤਰ ਗਏ ਨੇ। ਕਹਿੰਦੇ ਉਹ ਤਰ ਗਏ ਨੇ, ਉਹਨਾਂ ਦਾ ਜੀਵਨ ਕਿਤੇ ਲੇਖੇ ਲੱਗ ਗਿਆ ਏ। ਜਿਸ ਤਰ੍ਹਾਂ ਭਾਈ ਨੰਦ ਲਾਲ ਜੀ ਦਾ ਜੀਵਨ ਕਹਿੰਦੇ ਬੰਦਗੀ ਕਰਦਿਆਂ ਹੋਇਆਂ ਨਿਕਲਿਆ। ਤੇ ਤੁਸੀਂ ਵੇਖੋ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਦ ਯਾਦ ਕੀਤਾ ਜਾਂਦਾ ਏ, ਤੇ ਨਾਲ ਨਾਲ ਭਾਈ ਸਾਹਿਬ ਭਾਈ ਨੰਦ ਲਾਲ ਜੀ
ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਏ, ਜਿਨ੍ਹਾਂ ਨੇ ਗੁਰੂ ਦੇ ਪ੍ਰੇਮ ਵਿੱਚ ਭਿੱਜ ਕੇ ਇਹੋ ਜਿਹੇ ਸ਼ਬਦ ਉਚਾਰਨ ਕੀਤੇ ਨੇ, ਜਿਨ੍ਹਾਂ ਨੂੰ ਪੜ੍ਹ ਲਓ ਤੇ ਇੱਕ ਵਾਰੀ ਵੈਰਾਗ ਵੀ ਆ ਜਾਂਦਾ। ਇਹੋ ਜਿਹਾ ਪਿਆਰ ਗੁਰੂ ਦਾ ਤੇ ਉਸ ਗੁਰਸਿੱਖ ਦਾ, ਇਹੋ ਹੀ ਪਿਆਰ ਸਤ ਸੰਗਤ ਜੀ ਕਿਤੇ ਤੁਹਾਡੇ ਵਿੱਚ ਵੀ ਚਾਹੀਦਾ ਹੈ। ਗੁਰਦੁਆਰੇ ਤੁਸੀਂ ਆਉਂਦੇ ਹੋ, ਪਰ ਗੁਰਦੁਆਰੇ ਕੇਵਲ ਆਉਣਾ ਨਹੀਂ ਹੈ ਸਤ ਸੰਗਤ ਜੀ। ਗੁਰਦੁਆਰੇ ਆਉਂਦੇ ਤੇ ਬਣੇ ਨੇ, ਪਰ ਗੁਰਬਾਣੀ ਕਹਿੰਦੀ ਹੈ ਗੁਰਦੁਆਰਾ ਹੋਏ ਸੋ ਜੀ ਪਾਏ ਸੀ। ਕਹਿੰਦੇ ਇਹ ਨਜ਼ਰੇ ਇਨਾਇਤ ਤੇ ਤਾਂ ਹੋ ਸਕਦੀ ਹੈ ਗੁਰਦੁਆਰੇ ਆ ਕੇ ਕੋਈ ਗੁਰੂ ਦਾ ਹੋ ਜਾਵੇ, ਉਸ ਸੋਝੀ ਨੂੰ ਪ੍ਰਾਪਤ ਕਰ ਲਵੇ, ਤਾਂ ਹੀ ਜੀਵਨ ਸਾਡਾ ਸਫਲ ਹੋ ਸਕਦਾ ਹੈ ਜੀ। ਸੁਨ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਸਵੱਲੀ ਨਿਗਾਹ ਪੈ ਜਾਂਦੀ ਹੈ ਨਾ, ਜੋ ਬੰਦਗੀ ਦੇ ਨਾਲ ਜੁੜ ਜਾਂਦੇ ਨੇ, ਉਹਨਾਂ ਨੂੰ ਜੀਵਨ ਪੱਖੋਂ ਕਿਸੇ ਗੱਲ ਦਾ ਡਰ ਨਹੀਂ ਰਹਿ ਜਾਂਦਾ। ਉਹਨਾਂ ਨੂੰ ਕਿਸੇ ਗੱਲ ਦੇ ਲਾਸ, ਕੋਈ ਵੀ ਨੁਕਸਾਨ ਹੋਵੇ ਉਹਦਾ ਡਰ ਨਹੀਂ ਰਹਿ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਜੋ ਪਦਾਰਥ ਮਿਲੇ ਨੇ, ਜੋ ਕਾਰੋਬਾਰ ਮਿਲਿਆ ਹੈ, ਡਰ ਉਹਨਾਂ ਨੂੰ ਹੀ ਹੋਵੇਗਾ ਜਿਹੜੇ ਇਹ ਸੋਚਦੇ ਨੇ ਕਿ ਇਹ ਧਨ ਮੈਂ ਕਮਾਇਆ ਹੈ, ਇਹ ਦੌਲਤ ਮੈਂ ਕਮਾਈ ਹੈ। ਯਾਦ ਰੱਖਣਾ ਸਤ ਸੰਗਤ ਜੀ, ਅਕਸਰ ਮੈਂ ਬੇਨਤੀ ਕਰਦਾ ਹਾਂ ਕਿ ਸੁੱਖਾਂ ਦਾ ਸੰਬੰਧ ਜੋ ਹੈ ਨਾ, ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਜੁੜਿਆ ਹੋਇਆ ਹੈ। ਇੱਕ ਐਗਜ਼ਾਮਪਲ ਤੁਸੀਂ ਲੈ ਲਓ ਕਿ ਸੁੱਖਾਂ ਦਾ ਸੰਬੰਧ ਕਿਸ ਤਰ੍ਹਾਂ ਪਰਮਾਤਮਾ ਵਾਹਿਗੁਰੂ ਦੇ ਨਾਲ, ਤੇ ਜੇ ਪਰਮਾਤਮਾ ਵਾਹਿਗੁਰੂ ਦੇ ਨਾਲ ਸੰਬੰਧ ਟੁੱਟ ਗਿਆ, ਉਹੀ ਸੁੱਖ ਜੋ ਨੇ ਦੁੱਖ ਬਣ ਜਾਣਗੇ। ਹੁਣ ਸੂਰਜ ਵੀ ਹੈ, ਸਰਦੀਆਂ ਪੈ ਰਹੀਆਂ ਨੇ, ਜਿਸ ਵੇਲੇ ਬਹੁਤੀ ਸਰਦੀ ਸੀ ਤੇ ਉਦੋਂ ਅਸੀਂ ਸੋਚਦੇ ਸੀ ਕਿ ਜਿਸ ਵੇਲੇ ਧੁੱਪ ਨਿਕਲੇਗੀ ਉਹ ਧੁੱਪ ਤੇ ਕਿਰਨ ਸਾਡੇ ਘਰ ਤੇ ਪਵੇਗੀ। ਹੁਣ ਕਈ ਵਾਰੀ ਮਾਤਾਵਾਂ ਭੈਣਾਂ ਕੀ ਕਰਦੀਆਂ ਨੇ, ਕਈ ਵੀਰ ਕੀ ਕਰਦੇ ਨੇ ਕਿ ਧੁੱਪ ਨਿਕਲ ਰਹੀ ਹੈ, ਕਿਰਨ ਆ ਰਹੀ ਹੈ ਸੂਰਜ ਤੋਂ, ਤੇ ਉਹ ਬੂਹੇ ਬਾਰੀਆਂ ਵੀ ਖੋਲ ਦਈਏ ਤਾਂ ਕਿ ਉਹ ਜੋ ਧੁੱਪ ਹੈ, ਉਹ ਕਿਰਨ ਹੈ, ਉਹ ਅੰਦਰ ਵੀ ਆ ਜਾਵੇ। ਹੁਣ ਧੁੱਪ ਅੰਦਰ ਆ ਗਈ, ਹੁਣ ਕੋਈ ਇਹ ਸੋਚ ਲਵੇ ਕਿ ਜਿਹੜੀ ਸੂਰਜ ਤੋਂ ਧੁੱਪ ਸਾਨੂੰ ਮਿਲ ਰਹੀ ਹੈ ਤੇ ਕਿਰਨ ਮਿਲ ਰਹੀ ਹੈ, ਉਹਨਾਂ ਨੂੰ ਮੈਂ ਬੂਹੇ ਬਾਰੀਆਂ ਬੰਦ ਕਰਕੇ ਕੈਦ ਕਰ ਲਿਆ, ਕਿਉਂਕਿ ਸੂਰਜ ਨੇ ਤਾਂ ਕੁਝ ਸਮੇਂ ਤੋਂ ਬਾਅਦ ਡੁੱਬ ਜਾਣਾ, ਸ਼ਾਮਾਂ ਪੈ ਜਾਣੀਆਂ ਨੇ, ਤੇ ਉਦੋਂ ਜੇ ਐਸੇ ਵੇਲੇ ਹੀ ਕੈਦ ਕਰ ਲਿਆ ਧੁੱਪ ਨੂੰ ਤੇ ਕਿਰਨ ਨੂੰ, ਤੇ ਸ਼ਾਮ ਨੂੰ ਮਾਣਾਂਗਾ, ਹੋਵੇਗਾ ਕਿ ਦਰਵਾਜ਼ਾ ਬੰਦ ਕਰਨ ਦੀ ਦੇਰ ਹੈ, ਉਹ ਬਾਰੀਆਂ ਬੰਦ ਕਰਨ ਦੀ ਦੇਰ ਹੈ, ਨਾ ਧੁੱਪ ਰਹਿਣੀ ਹੈ ਨਾ ਕਿਰਨ ਰਹਿਣੀ ਹੈ, ਕਿਉਂਕਿ ਸੂਰਜ ਦੇ ਨਾਲ ਸੰਬੰਧ ਉਹਨਾਂ ਦਾ ਟੁੱਟ ਜਾਵੇਗਾ। ਬਿਲਕੁਲ ਇਸੇ ਤਰੀਕੇ ਦੇ ਨਾਲ ਯਾਦ ਰੱਖਣਾ, ਸੁੱਖਾਂ ਦਾ ਸੰਬੰਧ ਜੋ ਹੈ ਪਰਮਾਤਮਾ ਵਾਹਿਗੁਰੂ ਦੇ ਨਾਲ ਹੈ। ਜੇ ਕੋਈ ਸੋਚੇ ਕਿ ਕੇਵਲ ਤਾਂ ਕੇਵਲ ਜੋ ਦਾਤ ਮਿਲੀ ਹੈ ਅਸੀਂ ਉਹਨਾਂ ਨੂੰ ਸੰਭਾਲ ਲਈਏ, ਦਾਤੇ ਤੋਂ ਮਿਲੀ ਦਾਤ ਹੈ ਉਸ ਨੂੰ ਸੰਭਾਲ ਲਈਏ ਤੇ ਦਾਤੇ ਨੂੰ ਭੁੱਲ ਜਾਈਏ, ਯਾਦ ਰੱਖਣਾ ਉਹੀ ਦਾਤ, ਉਹੀ ਸੁੱਖ ਜੋ ਹੈ ਦੁੱਖਾਂ ਦਾ ਕਾਰਨ ਬਣਨ ਦੇ ਵਿੱਚ ਬਿਲਕੁਲ ਸਮਾਂ ਨਹੀਂ ਲਾਵੇਗੀ। ਉਹੀ ਗੱਡੀ ਮੋਟਰ ਕਾਰ ਜੋ ਕਿਸੇ ਸ਼ਾਪ ਤੋਂ ਖਰੀਦੀ ਹੈ, ਕਿਸੇ ਦੁਕਾਨ ਤੋਂ ਖਰੀਦੀ ਹੈ, ਦੁੱਖ ਦਾ ਕਾਰਨ ਕੁਝ ਸਮੇਂ ਤੋਂ ਬਾਅਦ ਬਣ ਜਾਵੇਗੀ। ਗੱਡੀ ਮੋਟਰ ਕਾਰ, ਕੋਈ ਫਰਨੀਚਰ, ਕੋਈ ਫ੍ਰਿਜ ਹੈ, ਤੁਸੀਂ ਠੀਕ ਕਰਾਓਗੇ, ਪਰ ਜੇ ਅੰਦਰ ਇੱਕ ਜੋ ਨਾਮ, ਇੱਕ ਦਾਤ ਜੋ ਹੈ, ਉਹ ਨਾਮ ਰੂਪੀ ਦਾਤ ਪਰਮਾਤਮਾ ਵਾਹਿਗੁਰੂ ਤੋਂ ਜੇ ਲੈ ਲਈਏ ਤੇ ਫਿਰ ਦੁਨਿਆਵੀ ਦਾਤਾਂ ਦੀ ਕਿਤੇ ਤਾਂਘ ਹੀ ਨਹੀਂ ਰਹਿ ਜਾਂਦੀ। ਸਤਿਗੁਰੂ ਜੀ ਨੇ ਵੀ ਮੰਗਿਆ ਨਾ, ਝੋਲੀ ਅੱਡ ਕੇ ਅਸੀਂ ਦਾਤਾਂ ਮੰਗਦੇ ਹਾਂ ਕਿ ਸਤਿਗੁਰੂ ਜੀ ਸਾਡਾ ਇਹ ਕਾਰਜ ਰਾਸ ਹੋ ਜਾਵੇ, ਸਾਡਾ ਇਹ ਕੰਮ ਹੋ ਜਾਵੇ, ਸਾਨੂੰ ਇਹ ਦਾਤ ਮਿਲ ਜਾਵੇ। ਪਰ ਕਿਸੇ ਨੇ ਸੋਚਿਆ ਕਿ ਦਾਤਾਂ ਤੇ ਸਾਨੂੰ ਮਿਲ ਜਾਂਦੀਆਂ ਨੇ, ਪਰ ਕੀ ਜੇ ਅਸੀਂ ਦਾਤੇ ਨੂੰ ਹੀ ਮੰਗ ਲਈਏ, ਉਹਨਾਂ ਦਾਤਾਂ ਦੇਣ ਵਾਲੇ ਦਾਤੇ ਨੂੰ ਹੀ ਮੰਗ ਲਈਏ, ਤੇ ਫਿਰ ਕੀ ਹੋਵੇਗਾ? ਸਤਿਗੁਰੂ ਜੀ ਨੇ ਮੰਗਿਆ ਨਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ, ਮੈਂ ਕਿਆ ਮੰਗਾਂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਦਾਤ ਮੰਗੀ, ਝੋਲੀ ਅੱਡ ਕੇ ਤੇ ਦਾਤ ਝੋਲੀ ਦੇ ਵਿੱਚ ਪੈ ਗਈ,
ਪਰ ਜੇ ਕਿਸੇ ਨੇ ਦਾਤਾਂ ਦੇਣ ਵਾਲੇ ਨੂੰ ਹੀ ਮੰਗ ਲਿਆ, ਜੇ ਪ੍ਰਮਾਤਮਾ ਨੂੰ ਹੀ ਮੰਗ ਲਿਆ, ਤੇ ਫਿਰ ਹੋਰ ਕੁਝ ਪਿੱਛੇ ਤੰਗ ਰਹਿ ਹੀ ਨਹੀਂ ਜਾਂਦੀ, ਸਾਰੀਆਂ ਦਾਤਾਂ ਆਪੇ ਹੀ ਝੋਲੀ 'ਚ ਆ ਜਾਂਦੀਆਂ ਨੇ ਜੀ। ਟੂਟ ਨ ਆਵੈ ਮੂਲ, ਸੰਚਿਆ ਨਾਮ ਧਨ। ਇਹ ਨਾਮ ਧਨ ਐਸਾ ਹੈ ਨਾ ਸਤ ਸੰਗਤ ਜੀ, ਤੁਸੀਂ ਵੇਖੋ ਨਾ, ਅਕਸਰ ਦਾਸ ਬੇਨਤੀ ਕਰਦਾ ਹੈ ਕਿ ਧਨ ਅਸੀਂ ਇਕੱਠਾ ਕੀਤਾ ਹੈ, ਸਾਰੀ ਜ਼ਿੰਦਗੀ ਬੰਦਾ ਮਿਹਨਤ ਕਰਦਾ ਹੈ, ਮੁਸ਼ਕਲ ਕਰਦਾ ਹੈ, ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਹ ਖਿਆਲ ਰਹਿੰਦਾ ਹੈ ਕਿ ਕਿਤੇ ਇਹ ਧਨ ਜੋ ਹੈ ਮੇਰੇ ਤੋਂ ਕੋਈ ਲੈ ਨਾ ਲਵੇ, ਜਾਂ ਕਿਤੇ ਘੱਟ ਨਾ ਹੋ ਜਾਵੇ। ਦੁਨਿਆਵੀ ਧਨ ਦੌਲਤ, ਦੁਨਿਆਵੀ ਬੈਂਕ ਬੈਲੈਂਸ ਜੇ ਮਾਤਾ ਪਿਤਾ ਆਪਣੇ ਬੱਚਿਆਂ ਦੇ ਨਾਲ ਵੰਡ ਦੇਣ ਨਾ, ਜ਼ਮੀਨ ਜਾਇਦਾਦ ਵੰਡ ਦੇਣ, ਤੇ ਉਹਨੇ ਘੱਟ ਹੋ ਜਾਵੇਗੀ। ਸਕੇ ਭਰਾ ਦੇ ਨਾਲ ਵੀ ਤੁਸੀਂ ਜ਼ਮੀਨ ਜਾਇਦਾਦ ਵੰਡ ਦਿਓਗੇ ਨਾ, ਤੇ ਉਹ ਘੱਟ ਹੋ ਜਾਵੇਗੀ। ਪਰ ਤੁਸੀਂ ਵੇਖੋ, ਇੱਕ ਇਹ ਨਾਮ ਧਨ ਐਸਾ ਏ, ਇਹ ਜਿਤਨਾ ਇੱਕ ਤੁਸੀਂ ਵੰਡੋਗੇ, ਇਹ ਹੋਰ ਸਗੋਂ ਵੱਧਦਾ ਜਾਵੇਗਾ, ਮਲਟੀਪਲਾਈ ਹੁੰਦਾ ਜਾਵੇਗਾ। ਜਿਸ ਤਰ੍ਹਾਂ ਕਹਿ ਦਿੱਤਾ ਗਿਆ ਨਾ, ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਹਸਤਮਣੀ ਹੁੰਦੀ ਹੈ ਜਾਂ ਸਰਪਮਣੀ ਹੁੰਦੀ ਹੈ। ਸਰਪਮਣੀ ਜਿਹਦੇ ਕੋਲ ਹੋਵੇਗੀ ਉਹ ਜੀ ਧਨਵਾਨ ਹੋ ਜਾਵੇਗਾ, ਹਸਤਮਣੀ ਜਿਹਦੇ ਕੋਲ ਹੋਵੇਗੀ ਉਹ ਜੀ ਧਨਵਾਨ ਹੋ ਜਾਵੇਗਾ, ਤੇ ਜਿਹਦੇ ਕੋਲੋਂ ਖੋਹ ਲਈ ਜਾਵੇ ਉਹ ਫਿਰ ਨਿਰਧਨ ਹੋ ਜਾਵੇਗਾ। ਪਰ ਜੇ ਮੰਨ ਲਿਆ ਜਾਵੇ ਇਹ ਮਣੀਆਂ ਪਤਾ ਨਹੀਂ ਹਾਲੇ ਹੈਨ ਕਿ ਨਹੀਂ ਹਨ, ਪਰ ਸਾਨੂੰ ਇੱਕ ਮਣੀ ਦਿੱਤੀ ਗਈ ਹੈ, ਸੁਖ ਮਨੀ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। ਕਹਿੰਦੇ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਪੜ੍ਹਿਆ ਜਾਂਦਾ ਹੈ ਨਾ, ਉਹਦੇ ਆਪਣੇ ਜੀਵਨ ਨੂੰ ਤਾਂ ਠੰਡਕ ਪਹੁੰਚਾਉਂਦਾ, ਉਹ ਇਹ ਬਾਣੀ ਸ਼ੀਤਲਤਾ ਪਹੁੰਚਾਉਂਦੀ ਹੈ। ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਜਾ ਰਿਹਾ, ਬਾਣੀ ਪੜ੍ਹੀ ਜਾ ਰਹੀ ਹੈ, ਉਸ ਆਲੇ ਦੁਆਲੇ ਦਾ ਵਾਤਾਵਰਣ ਹੀ ਇਹੋ ਜਿਹਾ ਹੋ ਜਾਂਦਾ ਏ। ਇਹ ਜਿਤਨਾ ਇੱਕ ਤੁਸੀਂ ਵੰਡੋ, ਕਹਿੰਦੇ ਹੋਰ ਦੁਨਿਆਵੀ ਧਨ ਜੋ ਹੈ ਉਹ ਵੰਡਣ ਦੇ ਨਾਲ ਘਟ ਜਾਵੇਗਾ, ਬੈਂਕ ਬੈਲੈਂਸ ਵੰਡਣ ਦੇ ਨਾਲ ਘਟ ਜਾਵੇਗਾ, ਜ਼ਮੀਨ ਜਾਇਦਾਦ ਵੰਡਣ ਦੇ ਨਾਲ ਘਟ ਜਾਵੇਗੀ, ਪਰ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਐਸਾ ਏ, ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਇਹ ਨਾਮ ਧਨ ਐਸਾ ਏ, ਕਹਿੰਦੇ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵੱਧ ਦੋ ਜਾਈ। ਜਿਤਨਾ ਇੱਕ ਤੁਸੀਂ ਵੰਡੋਗੇ ਇਹ ਉਤਨਾ ਇੱਕ ਸਗੋਂ ਹੋਰ ਵੱਧਦਾ ਜਾਵੇਗਾ। ਸੰਤ ਜਨਾ ਸਿਓ ਸੰਗ, ਪਾਈਐ ਵੱਡਾ ਪੁੰਨ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਦ ਸਾਧ ਜਨਾਂ ਦਾ ਸੰਗ ਪ੍ਰਾਪਤ ਹੁੰਦਾ ਹੈ ਨਾ, ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਇਹ ਸੰਗ ਪ੍ਰਾਪਤ ਹੁੰਦਾ ਹੈ। ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋ ਜਾਵੇ, ਜਿਹਦੇ ਉੱਤੇ ਗੁਰੂ ਦੀ ਰਹਿਮਤ ਹੋ ਜਾਵੇ, ਸਤਿਗੁਰੂ ਆਪ ਜਿਹਦੇ ਉੱਤੇ ਨਜ਼ਰੇ ਇਨਾਇਤ ਕਰ ਦੇਣ, ਉਹਨਾਂ ਨੂੰ ਹੀ ਇਹ ਸੰਗ ਪ੍ਰਾਪਤ ਹੁੰਦਾ ਏ, ਸੰਤ ਜਨਾਂ ਦਾ ਸਾਥ ਪ੍ਰਾਪਤ ਹੁੰਦਾ ਏ। ਤੇ ਗੁਰੂ ਸਾਧੂ ਦੀ ਸ਼ਰਨ ਪੈ ਕੇ ਹੀ, ਗੁਰੂ ਸਾਧੂ ਦੇ ਨਾਲ ਮਿਲ ਕੇ ਹੀ ਪਰਮਾਤਮਾ ਵਾਹਿਗੁਰੂ ਦੇ ਨੇੜੇ ਹੋਇਆ ਜਾ ਸਕਦਾ ਏ। ਜਿਨ੍ਹਾਂ ਨੇ ਨੇੜੇ ਹੋਣਾ ਸੀ, ਜਿਨ੍ਹਾਂ ਨੇ ਪ੍ਰਮਾਤਮਾ ਵਾਹਿਗੁਰੂ ਦੇ ਨੇੜੇ ਜੋ ਹੋ ਗਏ, ਉਹ ਕਿਸ ਤਰ੍ਹਾਂ ਹੋਏ? ਪੀਰ ਬੁੱਧੂ ਸ਼ਾਹ ਜੀ ਵੀ ਆਏ ਸਨ ਨਾ, ਸਵਾਲ ਕੀਤਾ ਸੀ। 17-18 ਸਾਲ ਦੀ ਉਮਰ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਦੋਂ ਨਾਮ ਗੋਬਿੰਦ ਰਾਏ ਸੀ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਰਾਏ ਜੀ ਦੇ ਕੋਲ ਪੀਰ ਬੁੱਧੂ ਸ਼ਾਹ ਜੀ ਆਏ ਤੇ ਸਵਾਲ ਕੀਤਾ ਕਿ ਸਤਿਗੁਰੂ ਜੀ ਪ੍ਰਮਾਤਮਾ ਵਾਹਿਗੁਰੂ ਦੇ ਨੇੜੇ ਕਿਸ ਤਰ੍ਹਾਂ ਹੋਇਆ ਜਾਵੇ? ਤੇ ਜਵਾਬ ਦਿੱਤਾ ਸੀ, ਪੀਰ ਜੀ ਜਹ ਨਿਸ ਕਾ ਦਿਨ ਮਿਲੈ, ਰਾਤ ਜਿਸ ਤਰ੍ਹਾਂ ਦਿਨ ਨੂੰ ਮਿਲਦੀ ਹੈ। ਸਵਾਲ ਕੀਤਾ ਸਤਿਗੁਰੂ ਜੀ, ਹੈ ਰਾਤ ਜਦ ਪੈਂਦੀ ਹੈ ਉਦੋਂ ਦਿਨ ਤੋਂ ਬਾਅਦ ਉਹ ਰਾਤ ਆਉਂਦੀ ਹੈ, ਤੇ ਜਦ ਦਿਨ ਚੜ੍ਹਦਾ ਹੈ ਉਦੋਂ ਰਾਤ ਰਹਿੰਦੀ ਨਹੀਂ, ਤੇ ਇਹ ਮਿਲਾਪ ਕਿਸ ਤਰ੍ਹਾਂ ਹੋ ਸਕਦਾ? ਕਹਿੰਦੇ ਮੈਂ ਵੀ ਤਾਂ ਉਹੀ ਕਹਿ ਰਿਹਾ, ਹਾਂ ਮੈਂ ਵਿੱਚੋਂ ਖੋਵੈ ਦੂਜਾ ਮੇਟੈ, ਏਕੋ ਹੋਵੈ। ਜਦ ਤੁਸੀਂ ਆਪਣੇ ਆਪੇ ਨੂੰ ਅੰਦਰੋਂ ਖਤਮ ਕਰ ਲਓਗੇ, ਪ੍ਰਮਾਤਮਾ ਵਾਹਿਗੁਰੂ ਦੇ ਇੱਕ ਮਿਕ ਹੋ ਜਾਓਗੇ।
ਤੇ ਉਦੋਂ ਤੁਸੀਂ ਵੇਖੋ ਪੀਰ ਬੁੱਧੂ ਸ਼ਾਹ ਜੀ ਨੂੰ ਜਦ ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ, ਗੋਬਿੰਦ ਰਾਏ ਜੀ ਤੋਂ ਸੁਣੇ ਨਾ, ਗੁਰੂ ਨਾਨਕ ਦੇ ਦਰ ਦੇ ਝਰਨਾ ਦੇ ਭੌਰੇ ਬਣ ਕੇ ਰਹਿ ਗਏ। ਕਹਿੰਦੇ ਇਤਿਹਾਸ ਗਵਾਹੀ ਦਿੰਦਾ ਏ, ਗੁਰੂ ਗੋਬਿੰਦ ਰਾਏ ਜੀ ਦੀ ਅਗਵਾਈ ਦੇ ਵਿੱਚ ਆਪਣੇ 2 ਸਕੇ ਪੁੱਤਰ ਪੀਰ ਬੁੱਧੂ ਸ਼ਾਹ ਜੀ ਨੇ ਸ਼ਹੀਦ ਕਰਵਾ ਲਏ ਸਨ। ਤੇ ਉਸ ਤੋਂ ਬਾਅਦ ਤੁਸੀਂ ਵੇਖ ਲਓ ਪੀਰ ਬੁੱਧੂ ਸ਼ਾਹ ਜੀ ਦੀ ਸਪਤਨੀ, ਇਹਦਾ ਇੱਕ ਭਰਾ ਸੀ ਸੈਦ ਖਾਨ। ਗੱਲ ਕਹਿੰਦਾ ਚਲਾਂ ਕਿ ਗੁਰੂ ਨਜ਼ਰੇ ਇਨਾਇਤ ਕਿਸ ਤਰ੍ਹਾਂ ਕਰਦਾ ਏ, ਗੁਰੂ ਰਹਿਮਤ ਕਿਸ ਤਰ੍ਹਾਂ ਕਰਦਾ ਏ। ਜੇ ਗੁਰੂ ਕਿਰਪਾ ਕਰੇ ਤਾਂ ਹੀ ਇਹ ਜੀਵਨ ਦਾ ਸਾਡੇ ਪਾਰ ਉਤਾਰਾ ਹੋ ਸਕਦਾ। ਗੱਲ ਉਹਦੇ ਹੱਥ ਦੀ ਹੈ, ਉਹਦੇ ਨਜ਼ਰੇ ਇਨਾਇਤ ਦੀ ਹੈ। ਤੇ ਕਹਿੰਦੇ ਜਦ ਸਾਇਦ ਖਾਨ ਆਇਆ ਨਾ, ਆਪਣੀ ਭੈਣ ਨੂੰ ਇੱਕ ਗੱਲ ਕਹੀ, ਪੀਰ ਬੁੱਧੂ ਸ਼ਾਹ ਜੀ ਦੀ ਪਤਨੀ ਨੂੰ, ਕਿ ਭੈਣੇ ਕਿ ਪੀਰ ਜੀ ਨੂੰ ਕੀ ਹੋ ਗਿਆ ਹੈ? ਗੁਰੂ ਗੋਬਿੰਦ ਰਾਏ ਜੀ ਇਹੋ ਜਿਹੇ ਮਹਾਨ ਤੇ ਨਹੀਂ, ਇੰਨਾ ਵੱਡਾ ਖੁਦਾ ਤੇ ਨਹੀਂ ਕਿ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਪਣੇ ਪੁੱਤਰ ਸ਼ਹੀਦ ਕਰਵਾਣੇ ਪੈਣ। ਤੇ ਜਿਸ ਨੂੰ ਤੁਸੀਂ ਖੁਦਾ ਕਰਕੇ ਮੰਨਦੇ ਹੋ ਨਾ, ਮੈਂ ਚੱਲਿਆ ਹਾਂ ਉਸੇ ਗੁਰੂ ਗੋਬਿੰਦ ਸਿੰਘ ਦਾ ਕਹਿੰਦੇ ਸੀਸ ਲਾਉਣ ਦੇ ਲਈ। ਤੇ ਉਦੋਂ ਭੈਣ ਨੇ ਇੱਕ ਗੱਲ ਕਹਿ ਦਿੱਤੀ ਸੀ ਕਿ ਹੋਸ਼ ਕਰ, ਉਸ ਖੁਦਾ ਬਾਰੇ ਤੂੰ ਇਹੋ ਜਿਹੇ ਬੋਲ ਰਿਹਾ ਏ, ਤੈਨੂੰ ਡਰ ਨਹੀਂ? ਕਹਿੰਦੇ ਮੈਂ ਉਸ ਨੂੰ ਖੁਦਾ ਨਹੀਂ ਮੰਨਦਾ। ਕਸਮ ਖਾ ਕੇ ਤੁਰਿਆ ਸੀ। ਪਹਿਲਾਂ 2 ਜਰਨੈਲ ਆਏ ਸਨ। ਜਦ ਜੰਗ ਛਿੜੀ, ਇੱਕ ਅਲਫ ਖਾਨ ਤੇ ਸਾਇਦ ਬੇਗ। ਅਲਫ ਖਾਨ ਜੋ ਹੈ ਸਿੱਖਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਤੇ ਸਾਇਦ ਬੇਗ ਜੋ ਹੈ ਇਹ ਦੌੜ ਕੇ ਝਰਨਾ ਤੇ ਡਿੱਗਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਫੇਰ ਇਹਨੇ ਜੰਗ ਦੇ ਮੈਦਾਨ ਦੇ ਵਿੱਚ ਇਹ ਨਿਤਰਿਆ ਸੀ, ਤੇ ਮੁਗਲ ਹਕੂਮਤ ਦੇ ਸਿਪਾਹੀਆਂ ਦਾ ਇਹਨੇ ਟਾਕਰਾ ਕੀਤਾ ਸੀ। ਜਦ ਇਹ ਗੱਲ ਬਾਦਸ਼ਾਹ ਨੂੰ, ਜ਼ਾਲਮ ਹਕੂਮਤ ਦੇ ਪਤਾ ਲੱਗੀ ਨਾ, ਤੇ ਉਹਨੇ ਕਹਿ ਦਿੱਤਾ ਇਹ ਕਿਹੋ ਜਿਹਾ ਭਾਣਾ ਵਾਪਰ ਰਿਹਾ ਹੈ? ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਸਾਡਾ ਮੁਸਲਮਾਨ ਜਰਨੈਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿੱਖ ਬਣ ਜਾਵੇ ਤੇ ਉਹਨਾਂ ਦੀ ਅਗਵਾਈ ਦੇ ਵਿੱਚ ਸਾਡੇ ਨਾਲ ਹੀ ਟਾਕਰਾ ਕਰੇ? ਸਾਇਦ ਖਾਨ ਨੂੰ ਭੇਜਿਆ ਗਿਆ, ਜੋ ਪੀਰ ਬੁੱਧੂ ਸ਼ਾਹ ਦੀ ਸਪਤਨੀ ਦਾ ਭਰਾ ਸੀ, ਤੇ ਕਹਿ ਦਿੱਤਾ ਕਿ ਮੇਰੇ ਭਣਵਈਏ ਨੇ ਆਪਣੇ 2 ਸਕੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਸ਼ਹੀਦ ਕਰਵਾ ਲਏ ਨੇ। ਉਸੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਣ ਮੈਂ ਸੀਸ ਲਾਉਣਾ ਹੈ। ਇਹ ਤੁਰਿਆ ਏ, ਤੇ ਜਿਸ ਵੇਲੇ ਗਿਆ ਤੇ ਸਾਧ ਸੰਗਤ ਜੀ ਹੁਣ ਰਮਜ਼ਾਨ ਖਾਨ ਵੀ ਨਾਲ ਸੀ। 2 ਜਰਨੈਲ ਫੇਰ ਆਏ, ਪਹਿਲਾਂ ਅਲਫ ਖਾਨ ਤੇ ਸਾਇਦ ਬੇਗ ਆਏ ਸਨ, ਤੇ ਹੁਣ ਰਮਜ਼ਾਨ ਖਾਨ ਤੇ ਸਾਇਦ ਖਾਨ ਆਏ। ਇੱਕ ਪਾਸੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਮੁਗਲ ਹਕੂਮਤ ਦੀ ਫੌਜ ਹੈ, ਤੇ ਦੂਜੇ ਪਾਸੇ ਕੁਝ 100 ਸਿੱਖਾਂ ਦਾ ਜੱਥਾ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉੱਥੇ ਮੌਜੂਦ ਸਨ। ਇੱਕ ਪਾਸੇ ਅੱਲਾਹੁ ਅਕਬਰ ਦੇ ਨਾਰੇ ਲੱਗ ਰਹੇ ਸਨ, ਤੇ ਦੂਜੇ ਪਾਸੇ ਜਕਾਰਿਆਂ ਦੀ ਆਵਾਜ਼ ਆ ਰਹੀ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੇਜ਼ੀ ਦੇ ਨਾਲ ਆਪਣਾ ਘੋੜਾ ਦੌੜਾਇਆ ਏ ਸਾਇਦ ਖਾਨ ਦੇ ਕੋਲ, ਤੇ ਇੱਕ ਗੱਲ ਕਹੀ, ਸਾਇਦ ਖਾਨ ਤੇਰੇ ਨਾਲ ਜੰਗ ਤੇ ਮੈਂ ਬਾਅਦ ਦੇ ਵਿੱਚ ਕਰਾਂਗਾ, ਪਰ ਪਹਿਲਾਂ ਮੈਨੂੰ ਦੱਸ ਕਿ ਤੇਰੇ ਮਨ ਦਾ ਕੀ ਹਾਲ ਹੈ? ਤੇਰੇ ਮਨ ਦਾ ਕੀ ਹਾਲ ਹੈ? ਮਨ ਦੀ ਕੀ ਅਵਸਥਾ ਹੈ? ਜਦ ਇਹ ਸਵਾਲ ਕੀਤਾ ਨਾ ਨੇੜੇ ਹੋ ਕੇ, ਯਾਦ ਰੱਖਣਾ ਸਤ ਸੰਗਤ ਜੀ, ਗੁਰੂ ਦਾ ਚਿਹਰਾ, ਗੁਰੂ ਦਾ ਰੂਪ ਹੀ ਇਹੋ ਜਿਹਾ ਹੈ ਨਾ, ਦਰਸ਼ਨ ਦੇਖਤ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ, ਮਤ ਮੈਂ ਨਾ ਮਤ ਹੈ। ਉਹ ਹਾਲਤ ਬਣ ਗਈ ਸੀ। ਕਹਿੰਦੇ ਹਾਲੇ ਤੱਕ ਤਨ ਦੇ ਹਾਲ ਤੇ ਬੜੇ ਪੁੱਛਣ ਵਾਲੇ ਨੇ ਕਿ ਤੇਰਾ ਹਾਲ ਕੀ ਹੈ, ਸਿਹਤ ਠੀਕ ਹੈ, ਪਰ ਇਹ ਪਹਿਲਾ ਸ਼ਖਸ ਹੈ ਜਿਹਨੇ ਮਨ ਦਾ ਹਾਲ ਪੁੱਛਿਆ ਏ। ਜਦ ਸ਼ਬਦ ਸਰਵਣ ਕੀਤੇ ਉਦੋਂ ਹੀ ਘੋੜੇ ਤੋਂ ਉਤਰ ਕੇ ਚਰਨਾਂ ਤੇ ਡਿੱਗਿਆ, ਤੇ ਇੱਕ ਗੱਲ ਕਹੀ, ਖੁਦਾ ਆਇਦ ਕਿ ਆਇਦ ਖੁਦਾ ਬੰਦਾ। ਕਹਿੰਦੇ ਮੈਂ ਤਾਂ ਅੱਲਾ ਦੀ ਕਸਮ ਖਾ ਕੇ ਆਇਆ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਸੀਸ ਲਾ ਕੇ ਆਵਾਂਗਾ। ਮੈਨੂੰ ਕੀ ਪਤਾ ਸੀ ਇੱਥੇ ਅੱਲਾ ਦੇ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਪ ਮੇਰੇ ਵੱਲ ਵੱਧਦਾ ਚਲਾ ਆ ਰਿਹਾ ਹੈ। खुदा आयद कि आयद खुदा बंदा, हकीकत दर मजाज के मुर्दारा हुनर जिंदा। कहते सच जानियो हकीकत है कि हाले तां मैं मुर्दे दी जिंदगी बतीत कर रहा सी, पर ए गुरु गोबिंद सिंह साहब जी महाराज तुहाडे चरनां दी धूड़ नूं मस्तक ते ला के सजदा करदा हां, ते मैं विश्वास नाल कह सकदा हां मैनूं जिंदगी मिल गई है। यह है गुरु दी नजरे इनायत, गुरु दी बख्शिश, गुरु दा सिमरन
ਗੁਰੂ ਦੀ ਰਹਿਮਤ ਜਿਸ ਦੇ ਉੱਤੇ ਹੁੰਦੀ ਹੈ ਉਸ ਦੇ ਵੱਡੇ ਭਾਗ ਹੁੰਦੇ ਹਨ ਜੀ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਆਠ ਪਹਿਰ ਹਰ ਧਿਆਏ, ਜੋ ਨਾਮ ਦੇ ਨਾਲ ਜੁੜ ਗਿਆ ਹੈ ਨਾ, ਜੋ ਬੰਦਗੀ ਦੇ ਨਾਲ ਜੁੜ ਗਿਆ, ਜਿਹਨੂੰ ਬੰਦਗੀ ਦਾ ਖਜ਼ਾਨਾ ਮਿਲ ਗਿਆ, ਉਹਨੂੰ ਇਹ ਸੋਝੀ ਪੈ ਗਈ ਹੈ ਕਿ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਹੀ ਹੈ ਜੋ ਸਾਡੇ ਜੀਵਨ ਦਾ ਪਾਰ ਉਤਾਰਾ ਕਰ ਸਕਦਾ ਹੈ। ਉਹਦੇ ਭਗਤ ਤੇ ਉਹਦੇ ਹੀ ਗੁਣ ਗਾਉਂਦੇ ਨੇ, ਉਹਨੂੰ ਦੁਨੀਆ ਦੀ ਭੁੱਖ ਨਹੀਂ ਹੈ, ਦੁਨੀਆ ਦੀ ਕਿਸੇ ਵਸਤੂ ਦੀ ਤੰਗ ਨਹੀਂ ਰਹਿ ਜਾਂਦੀ। ਕਹਿ ਦਿੱਤਾ ਗਿਆ ਨਾ, ਭਗਤ ਤੇਰੇ ਮਨ ਭਾਉਂਦੇ, ਦਰਸੋ ਹਨ ਕੀਰਤਨ ਗਾਉਂਦੇ। ਨਾਨਕ ਭਗਤਾਂ ਭੁਖ ਸਲਾਹਣ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਭਾਈ ਨੰਦ ਲਾਲ ਤੇ ਹੋਈਆਂ ਸਨ। ਘੁੱਟ ਗਲਵਕੜੀ ਚ ਲਾਇਆ ਸੀ ਤੇ ਜਿਸ ਵੇਲੇ ਤੁਰੇ ਨੇ ਨਾ, ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਜ਼ਰ ਇਨਾਇਤ ਜਿਹਦੇ ਉੱਤੇ ਹੋ ਜਾਵੇ, ਜੀਵਨ ਪੱਖੋਂ ਉਹੀ ਕਾਮਯਾਬ ਹੈ। ਤੇ ਜਿਸ ਵੇਲੇ ਤੁਰ ਰਹੇ ਸਨ, ਕਹਿੰਦੇ ਰਸਤੇ ਤੋਂ ਇੱਕ ਪੱਥਰ ਚੱਕਿਆ ਤੇ ਪਾਣੀ ਦੇ ਵਿੱਚ ਸੁੱਟ ਦਿੱਤਾ। ਨਾਲ ਸਿੱਖ ਮੌਜੂਦ ਸਨ ਤੇ ਸਵਾਲ ਕੀਤਾ ਕਿ ਸਿੱਖੋ ਮੈਨੂੰ ਦੱਸੋ ਪੱਥਰ ਡੁੱਬਿਆ ਕਿਉਂ? ਤੇ ਸਿੱਖਾਂ ਨੇ ਜਵਾਬ ਦਿੱਤਾ ਕਿ ਸਤਿਗੁਰੂ ਜੀ ਆਪ ਜੀ ਨੇ ਪੱਥਰ ਚੁੱਕ ਕੇ ਤੇ ਪਾਣੀ ਸਿੱਟਿਆ ਤੇ ਡੁੱਬ ਗਿਆ। ਫਿਰ ਦੂਜਾ ਪੱਥਰ ਚੁੱਕਿਆ ਤੇ ਫੇਰ ਸਿੱਟਿਆ, ਪੱਥਰ ਡੁੱਬ ਗਿਆ। ਸਵਾਲ ਕੀਤਾ ਸਿੱਖੋ ਹੁਣ ਦੱਸੋ ਕਿ ਪੱਥਰ ਡੁੱਬਿਆ ਕਿਉਂ? ਤੇ ਉਦੋਂ ਸਿੱਖਾਂ ਨੇ ਕਹਿ ਦਿੱਤਾ ਸਤਿਗੁਰੂ ਜੀ ਸ਼ਬਦਾਂ ਦੇ ਜਾਦੂਗਰ ਅਸੀਂ ਹੁੰਦੇ ਹਾਂ। ਸ਼ਬਦ ਪਲਟ ਕੇ ਫਿਰ ਉਹੀ ਜੋ ਸਵਾਲ ਕੀਤਾ ਨਾ, ਫਿਰ ਦੂਜੇ ਸ਼ਬਦਾਂ ਦੇ ਵਿੱਚ ਫਿਰ ਸਿੱਖਾਂ ਨੇ ਜਵਾਬ ਦਿੱਤਾ। ਕਹਿੰਦੇ ਸਤਿਗੁਰੂ ਜੀ ਪੱਥਰ ਭਾਰਾ ਹੁੰਦਾ ਹੈ, ਪਾਣੀ ਹਲਕਾ ਹੁੰਦਾ ਹੈ। ਆਪ ਜੀ ਨੇ ਪੱਥਰ ਸੁੱਟਿਆ ਤੇ ਪੱਥਰ ਡੁੱਬ ਗਿਆ ਪਾਣੀ ਦੇ ਵਿੱਚ। ਹੁਣ ਫਿਰ ਤੀਜੀ ਵਾਰੀ ਫਿਰ ਦੁਬਾਰਾ ਪੱਥਰ ਚੱਕਿਆ ਤੇ ਪਾਣੀ ਦੇ ਵਿੱਚ ਸੁੱਟ ਦਿੱਤਾ। ਹੁਣ ਜਿਸ ਨੂੰ ਸਵਾਲ ਕੀਤਾ, ਪਹਿਲਾਂ ਤੇ ਸਿੱਖਾਂ ਨੂੰ ਸਵਾਲ ਕੀਤਾ ਸੀ, ਹੁਣ ਜਿਸ ਨੂੰ ਸਵਾਲ ਕੀਤਾ ਉਹ ਬਦਲ ਗਿਆ। ਪੱਥਰ ਸਿੱਟ ਕੇ ਸਵਾਲ ਕੀਤਾ ਭਾਈ ਨੰਦ ਲਾਲ ਮੈਨੂੰ ਦੱਸੋ ਇਹ ਪੱਥਰ ਡੁੱਬਿਆ ਕਿਉਂ? ਜਵਾਬ ਨਹੀਂ ਮਿਲਿਆ। ਦੂਜੀ ਵਾਰੀ ਸਵਾਲ ਕੀਤਾ ਭਾਈ ਨੰਦ ਲਾਲ ਤੁਹਾਡੇ ਤੋਂ ਪੁੱਛ ਰਹੇ ਹਾਂ ਇਹ ਪੱਥਰ ਡੁੱਬਿਆ ਕਿਉਂ? ਜਵਾਬ ਨਹੀਂ ਮਿਲਿਆ। ਪਿੱਛੇ ਮੁੜ ਕੇ ਤੇ ਮੋਢੇ ਤੇ ਹੱਥ ਲਾ ਕੇ ਝੰਜੋੜਿਆ ਤੇ ਉਦੋਂ ਵੇਖਿਆ ਕਿ ਭਾਈ ਨੰਦ ਲਾਲ ਦੀ ਅੱਖਾਂ 'ਚ ਅਥਰੂ ਆ ਰਹੇ ਸਨ, ਵੈਰਾਗ ਦੇ ਵਿੱਚ ਸਨ। ਤੇ ਇੱਕ ਸਵਾਲ ਕੀਤਾ ਨੰਦ ਲਾਲ ਹੋਸ਼ ਕਰੋ, ਮੈਂ ਸਵਾਲ ਕੀਤਾ ਕਿ ਪੱਥਰ ਡੁੱਬਿਆ ਕਿਉਂ, ਇਹਦਾ ਜਵਾਬ ਦਿਓ। ਤੇ ਉਦੋਂ ਭਾਈ ਨੰਦ ਲਾਲ ਜੀ ਨੇ ਇੱਕ ਗੱਲ ਕਹੀ, ਮੇਰੇ ਸਤਿਗੁਰੂ ਬ੍ਰਾਹਮਣ ਮੂਰਤੀ ਦੀ ਪੂਜਾ ਕਰਦਾ, ਮੂਰਤ ਨੂੰ ਪੂਜਦਾ ਏ ਕਿ ਮੇਰੇ ਉੱਤੇ ਭਗਵਾਨ ਦਇਆ ਕਰੇ। ਮੁਸਲਮਾਨ ਵੀਰ ਜੋ ਹੈ ਮਸਜਿਦ ਦੇ ਵਿੱਚ ਜਾ ਕੇ ਨਤਮਸਤਕ ਹੁੰਦੇ ਨੇ ਕਿ ਉਹਨਾਂ ਉੱਤੇ ਕਰਮ ਹੋਵੇ। ਮੈਂ ਨਾ ਪੱਥਰ ਨੂੰ ਵੇਖਿਆ ਨਾ ਪਾਣੀ ਨੂੰ ਵੇਖਿਆ, ਮੈਂ ਤਾਂ ਕੇਵਲ ਇੰਨੀ ਸਮਝ ਪਈ ਹੈ ਮੈਨੂੰ ਕਿ ਜਿਹੜਾ ਤੇਰੇ ਹੱਥੋਂ ਛੁੱਟ ਜਾਂਦਾ ਏ ਨਾ, ਉਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਜੀਵਨ ਪੱਖੋਂ ਇਉਂ ਹੀ ਡੁੱਬ ਜਾਂਦਾ ਏ। ਬ੍ਰਾਹਮਣ ਮੁਸ਼ਤਾਕਬਤ ਜ਼ਾਇਦ ਫਿਦਾਏ ਖਾਨ ਕਾ ਕਿ ਹਰ ਕਜ਼ਾ ਜਾਮ ਮੁਹੰਮਦ ਦੀਦਾਇਮ ਸ਼ਰਸ਼ਾਰਿਅਸਤ। ਕਹਿੰਦੇ ਜਿਸ ਉੱਤੇ ਤੇਰੀ ਕਿਰਪਾ ਹੈ ਉਹ ਤਾਂ ਜੀਵਨ ਪੱਖੋਂ ਲੰਘ ਜਾਂਦਾ, ਪਰ ਜੇ ਕਿਤੇ ਕੋਈ ਤੇਰੇ ਹੱਥੋਂ ਛੁੱਟ ਜਾਵੇ ਨਾ, ਜਿਸ ਦੇ ਉੱਤੋਂ ਤੇਰੀ ਨਜ਼ਰੇ ਇਨਾਇਤ ਹਟ ਜਾਵੇ, ਉਹ ਜੀਵਨ ਪੱਖੋਂ ਇਉਂ ਹੀ ਡੁੱਬ ਜਾਂਦਾ ਹੈ, ਇਉਂ ਹੀ ਗਰਕ ਹੋ ਜਾਂਦਾ ਏ। ਨੰਦ ਲਾਲ ਜੀ ਨੂੰ ਇਸ ਗੱਲ ਦੀ ਸੋਝੀ ਪੈ ਗਈ ਸੀ ਕਿ ਗੁਰੂ ਦੀ ਬਖਸ਼ਿਸ਼, ਗੁਰੂ ਦਾ ਮਿਹਰ ਭਰਿਆ ਹੱਥ ਜਿਸ ਉੱਤੇ ਹੋਵੇਗਾ, ਉਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਏ। ਉਹਨਾਂ ਦੇ ਜੀਵਨ ਦਾ ਕੋਈ ਪਾਰ ਉਤਾਰਾ ਹੋ ਸਕਦਾ ਏ। ਸਤ ਸੰਗਤ ਜੀ, ਗੁਰੂ ਕੋਲ ਆਉਣਾ ਏ, ਗੁਰੂ ਦੇ ਨਾਲ ਜੁੜਨਾ ਏ, ਗੁਰਬਾਣੀ ਦੇ ਨਾਲ ਜੁੜੀਏ ਤਾਂ ਹੀ ਸਾਡੇ ਜੀਵਨ ਦਾ ਕੋਈ ਪਾਰ ਉਤਾਰਾ ਹੋ ਸਕਦਾ ਏ। ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਜਿਹਦਾ ਜਵਾਬ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਲੈ ਸਕਦੇ ਨੇ। ਬਸ਼ਰਤੇ ਆਓ ਤਾਂ ਸਹੀ, ਅਰਦਾਸ ਦੇ ਵਿੱਚ ਤੁਸੀਂ ਜੋ ਸਵਾਲ ਕਰੋਗੇ ਹੁਕਮਨਾਮੇ ਦੇ ਰੂਪ ਦੇ ਵਿੱਚ ਤੁਹਾਨੂੰ ਤੁਹਾਡੇ ਸਵਾਲਾਂ ਦਾ ਜਵਾਬ ਜ਼ਰੂਰ ਮਿਲੇਗਾ। ਇਹ ਪ੍ਰਤੱਖ ਹੈ। ਅੱਜ ਤੋਂ ਹੀ ਇਹ ਕਰਨਾ ਸ਼ੁਰੂ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਓ, ਗੁਰਬਾਣੀ ਦੇ ਨਾਲ ਗੱਲਾਂ ਕਰੋ ਤਾਂ ਕਿ ਸਾਨੂੰ ਸਮਝ ਪਵੇ
ਕਿ ਗੁਰਬਾਣੀ ਰੂਪੀ ਮਹਾਨ ਖਜ਼ਾਨਾ ਸਾਡੇ ਕੋਲ ਮੌਜੂਦ ਹੈ। ਇਉਂ ਹੀ ਨਹੀਂ ਕਹਿ ਦਿੱਤਾ ਗਿਆ ਪੋਥੀ ਪਰਮੇਸ਼ਵਰ ਕਾ ਥਾਨ, ਸਾਧ ਸੰਗਾਵੇਂ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਹ ਤਾਂ ਥਾਲ ਪਰੋਸ ਕੇ ਰੱਖ ਦਿੱਤਾ, ਥਾਲ ਵਿੱਚ ਤਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਉਧਾਰੋ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਇਹ ਪਾਵਨ ਸ਼ਬਦ ਜੋ ਹੈ ਸਾਡੇ ਹਿਰਦੇ 'ਚ ਵਸ ਜਾਵੇ। ਧੰਨਵਾਦੀ ਹਾਂ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਦਾ, ਸਮੁੱਚੀ ਪ੍ਰਬੰਧਕ ਕਮੇਟੀ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਇਸ ਨਾਚੀਜ਼ ਨੂੰ ਇਸ ਲਾਇਕ ਸਮਝਿਆ ਕਿ ਆਪ ਸਾਧ ਸੰਗਤ ਦੇ ਰੂਬਰੂ ਹੋ ਕੇ ਕਥਾ ਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਇਸ 'ਤੇ ਗੁਰਬਾਣੀ, ਸ਼ਬਦ ਕੀਰਤਨ ਅਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।